ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਕਈ ਦਿਨਾਂ ਬਾਅਦ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਹਾਂ। ਆਖਰੀ ਆਪਣੀ ਰਿਪੋਰਟ ਚੱਲਦੀ ਸੀ ਗੋਲਡੀ ਬਰਾੜ ਦਾ ਜਿਹੜਾ ਟੈਲੀਫੋਨਿਕ ਕਨਵਰਸੇਸ਼ਨ ਜੋ ਕਿ ਮੇਰੇ ਨਾਲ ਉਸ ਦੀ ਫੋਨ ਦੇ ਉੱਤੇ ਗੱਲਬਾਤ ਹੋਈ। ਉਸ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਕੋਈ ਮੈਂ ਵੀਡੀਓ ਨਹੀਂ ਪਾਈ ਕਿਉਂਕਿ ਉਸ ਦਾ ਇੱਕ ਐਕਸਪਲੇਨਰ ਦੇ ਰੂਪ ਵਿੱਚ ਅੱਜ ਇਸ ਵੀਡੀਓ ਨੂੰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਹਾਂ। ਕੁਝ ਗੱਲਾਂ ਬਾਤਾਂ ਉਸ ਵੀਡੀਓ ਦੇ ਵਿੱਚ ਜਿਹੜੀ ਟੈਲੀਫੋਨ ਕਨਵਰਸੇਸ਼ਨ ਤੇ ਬਥੇਰੇ ਲੋਕ ਜਿਹੜੇ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਇਨਵੈਸਟੀਗੇਸ਼ਨ ਦੇ ਨਾਲ ਜੁੜੇ ਤਾਂ ਹੋਏ ਨੇ, ਲੇਕਿਨ ਉਹ ਆ ਜਿਹੜੇ ਨਵੇਂ ਫੇਸਬੁੱਕੀ ਪੈਦਾ ਹੋਏ ਨੇ ਜਾਂ ਕਹਿ ਲਈਏ ਕਿ ਕੁਝ ਐਸੇ ਵੱਡੇ ਚੈਨਲ ਜਿਨ੍ਹਾਂ ਨੇ ਕਿ ਮੇਰੀ ਹੀ ਇੰਟਰਵਿਊਜ਼ ਨੂੰ ਆਪਣੇ ਪੱਤਰਕਾਰਾਂ ਤੋਂ ਡੱਬ ਕਰਕੇ ਉਸ ਨੂੰ ਕਾਪੀ ਕਰਕੇ ਚਲਵਾਇਆ, ਉਹਨਾਂ ਦੇ ਕਾਰਨ ਜਿਹੜਾ ਇੱਕ ਸੰਸਾ ਕ੍ਰੀਏਟ ਹੋਇਆ ਗੋਲਡੀ ਬਰਾੜ ਦੀ ਆਵਾਜ਼ ਨੂੰ ਲੈ ਕੇ। ਅੱਜ ਮੈਂ ਥੋੜ੍ਹੀ ਜਿਹੀ ਗੱਲ ਉਸ ਦੀ ਕਰਾਂਗਾ ਤੇ ਇਸ ਦੇ ਨਾਲ ਹੀ ਜਿਹੜੇ ਸਾਡੇ ਕੁਝ ਸਿੰਗਰ ਹੈਗੇ ਨੇ ਜਿਨ੍ਹਾਂ ਦੇ ਵਿੱਚ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ, ਇਹਨਾਂ ਨੂੰ ਹੁਣ ਸਮਨ ਮਾਨਸਾ ਪੁਲਿਸ ਨੇ ਭੇਜੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਨ ਲਈ ਕਿਹਾ ਹੈ ਤੇ ਇਹ ਜਿਹੜੀ ਪੜਤਾਲ ਹੈ ਇਨਵੈਸਟੀਗੇਸ਼ਨ ਹੈ ਕਿਉਂ ਹੁਣ ਸਪੀਡ ਅਪ ਹੋਈ ਹੈ ਇਸ ਦੀ ਵੀ ਗੱਲ ਆਪਾਂ ਕਰਾਂਗੇ। ਲੇਕਿਨ ਸਭ ਤੋਂ ਪਹਿਲਾਂ ਮੈਂ ਗੋਲਡੀ ਬਰਾੜ ਦੀ ਉਸ ਟੈਲੀਫੋਨਿਕ ਕਨਵਰਸੇਸ਼ਨ ਦੇ ਉੱਤੇ ਆ ਜਾਣਾ ਜੋ ਕਿ ਮੇਰੇ ਨਾਲ ਅੱਜ ਤੋਂ ਕੁਝ ਦਿਨ ਪਹਿਲਾਂ ਤੁਸੀਂ ਇਸੇ ਪਲੇਟਫਾਰਮ ਤੋਂ ਤੇ ਰੈਡ FM ਦੇ ਪਲੇਟਫਾਰਮ ਤੋਂ ਵੀ ਸੁਣੀ। ਹੁਣ ਇਸ ਜਿਹੜੀ ਟੈਲੀਫੋਨਿਕ ਕਨਵਰਸੇਸ਼ਨ ਦੀ ਪਿਛੋਕੜ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਮੈਂ 2 ਦਸੰਬਰ ਨੂੰ 3 ਦਸੰਬਰ ਨੂੰ ਜਿਹੜੇ ਵੀਡੀਓਜ਼ ਪਾਏ ਸਨ ਜਿਸ ਵਿੱਚ ਕੀ ਦਾਅਵਾ ਇਹ ਸੀ ਕਿ ਗੋਲਡੀ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ, ਡਿਟੇਨ ਕੀਤਾ ਗਿਆ। ਜਿਹੜੇ ਵੀ ਵੇਰਵੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸਨ, ਬਹੁਤ ਸੇ ਲੋਕਾਂ ਨੇ ਇਹ ਵੀ ਇਸ ਨੂੰ ਕੰਸਟਰੂ ਕੀਤਾ ਹੈ ਤੇ ਇੰਟਰਪ੍ਰੈਟ ਕੀਤਾ ਕਿ ਸ਼ਾਇਦ ਮੈਂ ਆਪਣੀ ਗੱਲ ਤੋਂ ਪਿੱਛੇ ਹਟਿਆ ਹਾਂ, ਕੁਝ ਐਰਰ ਆਫ ਜਜਮੈਂਟ ਹੋ ਸਕਦੇ ਨੇ। ਲੇਕਿਨ ਐਜ਼ ਆਫ ਨਾਓ ਐਜ਼ ਵੀ ਸਪੀਕ ਤੇ ਜਿਸ ਤਰੀਕੇ ਦੀ ਇਨਫੋਰਮੇਸ਼ਨ ਅਜੇ ਆ ਰਹੀ ਹੈ, ਜਿਹੜੀ ਵੀ ਆਪਾਂ ਰਿਪੋਰਟਸ ਜਾਂ ਮੇਰੇ ਵੱਲੋਂ ਰਿਪੋਰਟਸ ਬਣਾਈਆਂ ਗਈਆਂ ਉਸ ਦੌਰ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ, ਉਹਨਾਂ ਰਿਪੋਰਟਾਂ ਦੇ ਵਿੱਚ ਜਿਹੜੇ ਤੱਥ ਨੇ ਉਹ ਐਗਜ਼ਿਸਟ ਕਰਦੇ ਨੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਇਸ ਮੁਤਲਕ ਖੁਲਾਸੇ ਕੀਤੇ ਜਾਣਗੇ। ਇਸ ਚੀਜ਼ ਦੀ ਆਪਾਂ ਆਸ ਕਰ ਸਕਦੇ ਹਾਂ। ਇਨ ਦ ਐਬਸੈਂਸ ਆਫ ਦੈਟ ਜੇ ਨਹੀਂ ਹੁੰਦਾ ਤਾਂ ਫਿਰ ਆਈ ਵੁੱਡ ਸਟੈਂਡ ਕਰੈਕਟਡ, ਫਿਰ ਆਪਾਂ ਉਹਨਾਂ ਫੈਕਟਸ ਨੂੰ ਗਲਤ ਵੀ ਮੰਨਾਂਗੇ, ਬੇਸਲੈਸ ਵੀ ਮੰਨਾਂਗੇ ਤੇ ਤੁਹਾਡੇ ਤੋਂ ਮਾਫੀ ਵੀ ਮੰਗਾਂਗੇ। ਉਹਦੇ ਵਿੱਚ ਕੋਈ ਲੰਬੀ ਚੌੜੀ ਗੱਲ ਨਹੀਂ ਹੈ। ਲੇਕਿਨ ਐਜ਼ ਆਫ ਨਾਓ ਉਹ ਜਿਹੜੇ ਵੀਡੀਓਜ਼ ਬਣਾਏ ਸੀ, ਜਿਹੜੀ ਵੀ ਇਨਫੋਰਮੇਸ਼ਨ ਮੇਰੇ ਕੋਲ 20 ਨਵੰਬਰ ਤੋਂ ਬਾਅਦ ਸੀ, ਉੱਥੇ ਮੈਂ ਖੜਾ ਹਾਂ ਕਿਉਂਕਿ ਉਹ ਡੇ ਟੂ ਡੇ ਬੇਸਿਸ ਦੇ ਉੱਤੇ ਮੇਰੇ ਕੋਲ ਜੋ ਇਨਪੁਟਸ ਆਈਆਂ ਮੈਂ ਤੁਹਾਡੇ ਨਾਲ ਉਸ ਵੀਡੀਓ ਦੇ ਵਿੱਚ ਸਾਂਝੀਆਂ ਕੀਤੀਆਂ। ਸੋ ਆਈ ਸਟਿਲ ਸਟੈਂਡ ਬਾਏ ਦੈਟ। ਉਹਨੂੰ ਹਲੇ ਇੰਨਾ ਪ੍ਰੀਮੈਚੁਰਲੀ ਆਪਾਂ ਡਿਸਮਿਸ ਨਾ ਕਰੀਏ ਕਿਉਂਕਿ ਜਿਵੇਂ ਚੀਜ਼ਾਂ ਤੇ ਸੱਚਾਈ ਫੈਕਟਸ ਸਾਹਮਣੇ ਆਉਂਦੇ ਨੇ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਂਦਾ। ਜੇ ਗੋਲਡੀ ਬਰਾੜ ਦਾ ਫੋਨ ਆ ਜਾਂਦਾ ਮੈਨੂੰ ਤੇ ਮੇਰੇ ਨਾਲ ਉਸ ਦੀ ਗੱਲਬਾਤ ਹੁੰਦੀ ਹੈ ਤਾਂ ਫਿਰ ਉਸ ਚਰਚਾ ਨੂੰ ਜਾਂ ਉਸ ਕਨਵਰਸੇਸ਼ਨ ਨੂੰ ਪਬਲਿਕ ਡੋਮੇਨ ਦੇ ਵਿੱਚ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਸੀ। ਅੱਜ ਟਵਿੱਟਰ ਦੇ ਉੱਤੇ ਬਹੁਤ ਸੇ ਲੋਕ ਸ਼ਾਇਦ ਇਹ ਕਹਿ ਰਹੇ ਨੇ ਕਿ ਗੈਂਗਸਟਰਾਂ ਨੂੰ ਪਲੇਟਫਾਰਮ ਦੇਣਾ ਬੰਦ ਕੀਤਾ ਜਾਏ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਗੈਂਗਸਟਰਾਂ ਨੂੰ ਕੋਈ ਵੀ ਪਲੇਟਫਾਰਮ ਕਦੇ ਵੀ ਮੈਂ ਨਾ ਦਿੱਤਾ ਹੈ, ਨਾ ਦੇਣ ਦੀ ਮੇਰੀ ਕੋਸ਼ਿਸ਼ ਹੈ। ਕੋਈ ਵੀ ਅਜਿਹਾ ਇੰਟਰਵਿਊ ਜਾਂ ਕਨਵਰਸੇਸ਼ਨ ਜਾਂ ਟੈਲੀਫੋਨਿਕ ਕਨਵਰਸੇਸ਼ਨ ਸੱਚ ਤੱਕ ਪਹੁੰਚਣ ਦਾ ਇੱਕ ਮਾਧਿਅਮ ਹੈ। ਚਾਹੇ ਉਹ ਲੰਡਾ ਹਰੀਕੇ ਦੀ ਇੰਟਰਵਿਊ ਸੀ ਜੋ ਕਿ ਰਾਕਟ ਲਾਂਚਰ ਅਟੈਕ ਤੋਂ ਬਾਅਦ ਕੀਤੀ ਗਈ, ਦੁਨੀਆ ਨੂੰ ਲੰਡੇ ਹਰੀਕੇ ਦਾ ਨਹੀਂ ਪਤਾ ਸੀ, ਦੁਨੀਆ ਨੂੰ ਪੂਰੀ ਦੀ ਪੂਰੀ ਜਿਹੜੀ ਇੱਕ ਫੈਕਚੁਅਲ ਟ੍ਰੇਲ ਹੈ ਉਹ ਉਸ ਗੈਂਗਸਟਰ ਦੀ ਉਹਦਾ ਨਹੀਂ ਪਤਾ ਸੀ। ਤੇ ਉਸ ਘਟਨਾ ਦੇ ਸੰਦਰਭ ਦੇ ਵਿੱਚ ਲੰਡੇ ਹਰੀਕੇ ਦੀ ਗੱਲਬਾਤ ਜੇ ਮੈਂ ਲੋਕਾਂ ਦੇ ਸਾਹਮਣੇ ਲਿਆਂਦੀ, ਮੇਰੀ ਜ਼ਿੰਮੇਵਾਰੀ ਸੀ। ਆਪਾਂ ਜਿਹੜੇ ਇੰਪੋਰਟੈਂਟ ਐਵੀਡੈਂਸਿਸ ਨੇ, ਇੰਪੋਰਟੈਂਟ ਗੱਲਾਂ ਬਾਤਾਂ ਨੇ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਤਰੀਕੇ ਦੇ ਨਾਲ ਜਦੋਂ ਗੋਲਡੀ ਬਰਾੜ ਨੇ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਤੋਂ ਬਾਅਦ ਮੈਨੂੰ ਸਵਾ 2 ਘੰਟੇ ਬਾਅਦ ਜਿਹੜਾ ਫੋਨ ਮੈਨੂੰ ਕੀਤਾ ਸੀ, ਉਸ ਚੀਜ਼ ਨੂੰ ਪਬਲਿਕ ਡੋਮੇਨ ਦੇ ਵਿੱਚ ਮੈਂ ਉਸੇ ਰਾਤ ਨੂੰ ਲਿਆਂਦਾ ਸੀ। ਤੇ ਬਹੁਤ ਲੋਕਾਂ ਨੇ ਉਸ ਵਕਤ ਮੈਨੂੰ ਇਹ ਕਿਹਾ ਸੀ ਕਿ ਤੁਸੀਂ ਜੇ ਤੁਹਾਡੇ ਕੋਲ ਕੋਈ ਸਬੂਤ, ਤੁਸੀਂ ਗੱਲ ਹਵਾ 'ਚ ਕਰ ਰਹੇ, ਤੁਹਾਡੇ ਕੋਲ ਸਬੂਤ ਨਹੀਂ ਹੈ। ਲੋਕਾਂ ਨੂੰ ਉਸ ਵਕਤ ਗੋਲਡੀ ਬਰਾੜ ਦਾ ਨਾਂ ਹੀ ਕਿੱਥੇ ਪਤਾ ਸੀ। ਲੋਕਾਂ ਨੂੰ ਛੱਡੋ, ਇਨਵੈਸਟੀਗੇਸ਼ਨ ਏਜੰਸੀਆਂ ਨੂੰ ਗੋਲਡੀ ਬਰਾੜ ਦੇ ਬਾਰੇ ਉਸ ਲੈਵਲ ਦੀ ਜਾਣਕਾਰੀ ਨਹੀਂ ਸੀ, ਸਿਵਾਏ ਕੁਝ ਜਿਹੜੇ ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਜਾਂ AGTF ਦੇ ਜਾਂ ਜਿਹੜੇ ਜ਼ਿਆਦਾ ਇਸ ਤਰੀਕੇ ਦੇ ਆਰਗੇਨਾਈਜ਼ ਕ੍ਰਾਈਮ ਨੂੰ ਤਫਤੀਸ਼ ਕਰਨ ਵਾਲੇ ਅਧਿਕਾਰੀ ਹੈਗੇ ਨੇ ਜਾਂ ਪੁਲਿਸ ਕਰਮਚਾਰੀ ਹੈਗੇ ਨੇ, ਉਹਨਾਂ ਦੇ। ਸੋ ਜਦੋਂ ਲੋਕਾਂ ਨੂੰ ਇਹ ਲੋਕਾਂ ਦੇ ਬਾਰੇ ਪਤਾ ਹੀ ਨਹੀਂ ਸੀ ਤੇ ਪਬਲਿਕ ਡੋਮੇਨ ਦੇ ਵਿੱਚ ਜਦੋਂ ਇਹਨਾਂ ਦੀ ਇਨਫੋਰਮੇਸ਼ਨ ਆਉਂਦੀ ਹੈ, ਉਹ ਲੋਕਾਂ ਨੇ ਕੀ ਸਮਝਣਾ ਜਿਨ੍ਹਾਂ ਨੇ ਕਿ ਮੂੰਹ ਚੱਕ ਕੇ ਵੀਡੀਓ ਬਣਾ ਦੇਣੇ ਹੁੰਦੇ ਨੇ, ਜਿਨ੍ਹਾਂ ਨੂੰ ਤੱਥਾਂ ਦਾ ਪਤਾ ਨਹੀਂ ਹੁੰਦਾ। ਹੁਣ ਅੱਜ ਦੀ ਤਰੀਕ ਦੇ ਵਿੱਚ ਬਥੇਰੇ ਲੋਕ, ਖੈਰ ਚਲੋ ਮੈਂ ਅੱਜ ਉਹਨਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਉਹਨਾਂ ਦੀ ਗੱਲ ਕਰਕੇ ਉਹਨਾਂ ਦੇ ਲੈਵਲ 'ਤੇ ਜਾਣਾ ਨਹੀਂ ਚਾਹੁੰਦਾ, ਨਾ ਮੈਂ ਚਾਹੁੰਦਾ ਕਿ ਉਹਨਾਂ ਦੀ ਗੱਲ ਕਰਕੇ ਆਪਾਂ ਤੁਹਾਡਾ ਤੇ ਆਪਣਾ ਸਮਾਂ ਵੇਸਟ ਕਰੀਏ। ਲੇਕਿਨ ਇਹ ਜਿਹੜੇ ਇੰਟਰਵਿਊਜ਼ ਜਾਂ ਜਿਹੜੇ ਪ੍ਰਸਾਰਣ ਕੀਤੇ ਗਏ ਜਾਂ ਜਿਹੜੀ ਕਨਵਰਸੇਸ਼ਨ ਸੀ, ਇਹ ਜੈਨੂਇਨ ਕਨਵਰਸੇਸ਼ਨ ਸੀ। ਹੁਣ 29 ਮਈ ਤੋਂ ਲੈ ਕੇ 20 ਜੂਨ ਤੱਕ ਤਾਂ ਮੈਨੂੰ ਲੋਕ ਇਹੀ ਕਹਿੰਦੇ ਰਹੇ ਕਿ ਤੁਸੀਂ ਗੋਲਡੀ ਬਰਾੜ ਕਰੀ ਜਾ ਰਹੇ ਹੋ। ਗੋਲਡੀ ਬਰਾੜ ਜੇ ਤੁਹਾਡੇ ਕੋਲ ਸਬੂਤ ਹੈ ਤਾਂ ਤੁਸੀਂ ਉਹਦੀ ਕੋਈ ਗੱਲਬਾਤ ਸੁਣਾਓ, ਕੋਈ ਵੀਡੀਓ ਸੁਣਾਓ। ਜਦੋਂ 20 ਜੂਨ ਨੂੰ ਉਸ ਦੀ ਵੀਡੀਓ, ਉਸ ਦੀ ਜਿਹੜੀ ਟੈਲੀਫੋਨਿਕ ਕਨਵਰਸੇਸ਼ਨ ਹੈ ਜੋ ਕਿ ਮੇਰੇ ਨਾਲ ਹੋਈ, ਇੰਟਰਵਿਊ ਜੋ ਉਸਨੇ ਦਿੱਤਾ, ਉਹ ਬੜੀ ਇੰਪੋਰਟੈਂਟ ਇੰਟਰਵਿਊ ਹੈ ਕਿਉਂਕਿ ਉਸ ਦੇ ਵਿੱਚ ਇੱਕ ਕਨਫੈਸ਼ਨ ਹੈ, ਇੱਕ ਐਡਮਿਸ਼ਨ ਹੈ ਆਪਣੇ ਗੁਨਾਹ ਦੀ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਗੋਲਡੀ ਬਰਾੜ ਹੀ ਉਹ ਮਾਸਟਰਮਾਈਂਡ ਹੈ, ਉਸਨੇ ਕਤਲ ਕਰਵਾਇਆ ਖੁਦ ਆਪਣੇ ਮੂੰਹੋਂ।
ਮੰਨਦਾ ਪਿਆ ਹੈ, ਜੇ ਆਪਾਂ ਉਸ ਆਵਾਜ਼ ਨੂੰ ਗੋਲਡੀ ਬਰਾੜ ਦਾ ਮੰਨਦੇ ਹਾਂ, ਜੋ ਕਿ ਮੈਂ ਮੰਨਦਾ, ਮੈਨੂੰ ਕੋਈ ਇਹਦੇ 'ਚ ਕੋਈ ਕਹਿਣ 'ਚ ਦੁਰਾਵਾ ਨਹੀਂ, ਕਿਉਂਕਿ ਮੈਂ ਗੋਲਡੀ ਬਰਾੜ ਨਾਲ 4-5 ਵਾਰ ਗੱਲ ਕੀਤੀ। ਉਸ ਦਿਨ ਤੋਂ ਪਹਿਲਾਂ ਵੀ 29 ਮਈ ਤੋਂ ਪਹਿਲਾਂ ਵੀ 2 ਵਾਰ ਉਸ ਦੀ ਮੇਰੇ ਨਾਲ ਗੱਲਬਾਤ ਹੋਈ ਸੀ, ਅਲੱਗ ਕੰਟੈਕਸਟ ਦੇ ਵਿੱਚ। ਉਸ ਵਕਤ ਸਿੱਧੂ ਮੂਸੇਵਾਲਾ ਦਾ ਕੋਈ ਜ਼ਿਕਰ ਨਹੀਂ ਸੀ ਜਾਂ ਚਰਚਾ ਉਸ ਤਰੀਕੇ ਨਾਲ ਨਹੀਂ ਸੀ, ਕਿਉਂਕਿ ਸਿੱਧੂ ਮੂਸੇਵਾਲਾ ਜਿਉਂਦੇ ਸਨ। ਲੇਕਿਨ ਹੁਣ ਜਦੋਂ ਇੰਟਰਵਿਊ ਆ ਜਾਂਦਾ ਤਾਂ ਉਸ ਵਕਤ ਲੋਕ ਕਹਿੰਦੇ ਨੇ ਜੀ ਇਹ ਆਵਾਜ਼ ਝੂਠੀ ਹੈ। ਹੁਣ ਜਿਹੜੀ ਤਾਜ਼ਾ ਆਪਾਂ ਇੰਟਰਵਿਊ ਕੀਤੀ ਗੋਲਡੀ ਬਰਾੜ ਦੇ ਨਾਲ, ਬਥੇਰੇ ਲੋਕ ਜਿਹੜੇ ਹੁਣ ਉਸਨੂੰ ਸੁਣ ਪਾਏ ਨੇ, ਕਿਉਂਕਿ ਹੁਣ ਉਹ ਜਿਹੜੇ ਚੈਨਲ ਸੀ ਜਿਹਨਾਂ ਨੇ ਕਾਪੀਆਂ ਬਣਾ ਕੇ ਪਾਈਆਂ, 30-30 50-50 ਲੱਖ ਜਿਹੜੇ ਵਿਊ ਉਹਨਾਂ ਨੇ ਲਏ। ਮੈਂ ਸਪੋਕਸਮੈਨ ਚੈਨਲ ਦਾ ਨਾਂ ਲਾਂਗਾ, ਉਸਦਾ ਇੱਕ ਯੰਗ ਪੱਤਰਕਾਰ ਸੀ, ਮੈਂ ਡਿਸਕਰੇਜ ਨਹੀਂ ਕਰਨਾ ਚਾਹੁੰਦਾ ਯੰਗ ਪੱਤਰਕਾਰਾਂ ਨੂੰ। ਉਹਨਾਂ ਨੇ ਮੇਰੀ ਤੇ ਗੋਲਡੀ ਬਰਾੜ ਦੀ 20-21 ਜੂਨ ਦੀ ਜਿਹੜੀ ਇੰਟਰਵਿਊ ਸੀ ਉਸ ਨੂੰ ਵਰਬਟਿਮ ਕੋਟ ਕਰਕੇ ਚਲਾਤਾ। ਇੱਕ ਯੰਗ ਪੱਤਰਕਾਰ ਸੀ, ਹਾਲਾਂਕਿ ਸਪੋਕਸਮੈਨ ਦੀ ਮੈਨੇਜਮੈਂਟ ਨੇ ਮੇਰੇ ਨਾਲ ਉਸ ਇੰਟਰਵਿਊ ਨੂੰ ਆਪਣੇ ਫੇਸਬੁੱਕ 'ਤੇ ਪਾਉਣ ਦੀ ਇਜਾਜ਼ਤ ਮੰਗੀ ਸੀ ਅਤੇ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਸਰਟਨ ਅਮਾਊਂਟ ਦਾਂਗੇ, ਤੁਸੀਂ ਸਾਨੂੰ ਇਹ ਇੰਟਰਵਿਊ ਦੇ ਦਿਓ। ਅਤੇ ਮੈਂ ਉਸ ਦੇ ਵਿੱਚ ਕੋਈ ਜ਼ਿਆਦਾ ਇੰਟਰਸਟ ਨਹੀਂ ਵਿਖਾਇਆ। ਲੇਕਿਨ ਇੰਟਰਸਟ ਵਿਖਾਉਣ ਦਾ ਮਤਲਬ, ਨਾ ਵਿਖਾਉਣ ਦਾ ਮਤਲਬ ਇਹ ਨਹੀਂ ਸੀ ਕਿ ਉਹ ਮੇਰੀ ਇੰਟਰਵਿਊ ਨੂੰ ਆਪਣੇ ਪੱਤਰਕਾਰ ਤੋਂ ਡੱਬ ਕਰਵਾ ਕੇ ਉਹਨਾਂ ਨੇ ਆਪਣੇ ਚੈਨਲ 'ਤੇ ਪਵਾਤੀ। ਹੁਣ ਉਸ ਇੰਟਰਵਿਊ ਦੇ ਵਿੱਚ ਮੇਰੀ ਫੋਟੋ ਤੇ ਗੋਲਡੀ ਬਰਾੜ ਦੀ ਫੋਟੋ ਲਗਾ ਕੇ ਇੱਕ ਯੁਵਾ ਪੱਤਰਕਾਰ, ਇੱਕ ਜੁਝਾਰੂ ਪੱਤਰਕਾਰ ਹੈ ਉਹ ਵੀ, ਲੇਕਿਨ ਅਨਫੋਰਚੂਨੇਟ ਪਾਰਟ ਹੈ ਕਿ ਇਹਨਾਂ ਪੱਤਰਕਾਰਾਂ ਨੂੰ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਬਾਰੇ ਜਾਂ ਕੰਟੈਂਟ ਦੀ ਕਾਪੀਰਾਈਟ ਕੀ ਹੁੰਦੇ ਹੈ ਉਹਨਾਂ ਬਾਰੇ ਜਾਣਕਾਰੀ ਨਹੀਂ ਹੈ। ਅਤੇ ਜੇ ਮੈਂ ਕੋਈ ਐਕਸ਼ਨ ਲਾਂ ਉਸ ਚੈਨਲ ਦੇ ਖਿਲਾਫ ਜਾਂ ਉਸ ਪੱਤਰਕਾਰ ਦੇ ਖਿਲਾਫ, ਤਾਂ ਫਿਰ ਇੱਕ ਯੰਗ ਜਰਨਲਿਸਟ ਨੂੰ ਡਿਸਕਰੇਜ ਕਰਨ ਦਾ ਮੇਰਾ ਕੋਈ ਮਕਸਦ ਨਹੀਂ ਹੈ। ਹਾਲਾਂਕਿ ਕਾਪੀਰਾਈਟ ਵਾਇਲੇਸ਼ਨ ਸੀ, ਕਲੀਅਰਲੀ ਵਾਇਲੇਸ਼ਨ ਹੈ, ਅੱਜ ਵੀ ਵਾਇਲੇਸ਼ਨ ਹੈ। ਅੱਜ ਮੈਂ ਲੀਗਲ ਕੋਰਸ ਲੈ ਸਕਦਾ, ਸਪੋਕਸਮੈਨ ਚੈਨਲ ਦੇ ਉੱਤੇ ਜੋ ਚਾਹਾਂ ਮੈਂ ਕਾਰਵਾਈ ਕਰ ਸਕਦਾ। ਮੈਂ ਉਸ ਵਕਤ ਵੀ ਕਰ ਸਕਦਾ ਸੀ, ਅੱਜ ਵੀ ਕਰ ਸਕਦਾ। ਇਟਸ ਨੈਵਰ ਟੂ ਲੇਟ। ਬਟ ਨੈਵਰਦਲੈਸ ਮੈਂ ਛੋਟੀਆਂ ਚੀਜ਼ਾਂ 'ਚ ਪੈਂਦਾ ਨਹੀਂ, ਮੈਨੂੰ ਕੋਈ ਸ਼ੌਂਕ ਨਹੀਂ ਹੈ ਵਿਊਜ਼ ਦੇ ਚੱਕਰਾਂ ਦੇ ਵਿੱਚ, ਆਪਣੇ ਕਾਪੀਰਾਈਟ ਦੇ ਦਾਅਵਿਆਂ ਨੂੰ ਕਰਨ ਦੇ ਵਿੱਚ। ਹਾਲਾਂਕਿ ਮੈਂ ਇਹ ਡਿਸਕਲੇਮਰ ਦਿੱਤੇ ਨੇ, ਮੈਂ ਸਟੈਚੂਟਰੀ ਵਾਰਨਿੰਗਸ ਇਸ਼ੂ ਕੀਤੀਆਂ ਨੇ ਕਿ ਜੋ ਸਾਡੇ ਚੈਨਲ ਦੇ ਉੱਤੇ ਤੁਹਾਨੂੰ ਜਾਣਕਾਰੀ ਮਿਲਦੀ ਹੈ ਉਸ ਨੂੰ ਕਿਰਪਾ ਕਰਕੇ ਨਕਲ ਮਾਰ ਕੇ ਆਪਣੇ ਚੈਨਲਾਂ 'ਤੇ ਨਾ ਵਿਖਾਇਆ ਕਰੋ, ਅਤੇ ਜੇ ਵਿਖਾਓ ਤਾਂ ਪ੍ਰੋਪਰਲੀ ਕੋਟ ਕਰੋ। ਲੇਕਿਨ ਉਹਨਾਂ ਨੇ ਜਿੰਨਾ ਫਾਇਦਾ ਉਸ ਇੰਟਰਵਿਊ ਦਾ ਚੁੱਕਿਆ ਉਸ ਚੈਨਲ ਨੇ, ਚਲੋ ਫਾਇਦਾ ਚੁੱਕ ਲਿਆ ਕਿਸੇ ਚੈਨਲ ਨੇ, ਸਾਨੂੰ ਕੋਈ ਦਿੱਕਤ ਨਹੀਂ ਹੈ। ਸਪੋਕਸਮੈਨ ਚੈਨਲ ਦੀ ਮੈਂ ਗੱਲ ਕਰ ਰਿਹਾ, ਬਾਈ ਨੇਮ ਲੈ ਕੇ ਮੈਂ ਗੱਲ ਕਰਦਾ ਪਿਆ ਹੈ। ਹੋਰ ਵੀ ਚੈਨਲਾਂ ਨੇ ਚਲਾਈਆਂ, ਉਸ ਤੋਂ ਬਾਅਦ ਡੇਲੀ ਪੋਸਟ ਨੇ ਚਲਾਈ, ਹੋਰ ਵੀ ਚੈਨਲਸ ਨੇ ਕੋਟ ਕੀਤਾ, ਚਲਾਈ ਮੇਰੀ ਇੰਟਰਵਿਊ। ਲੇਕਿਨ ਹੁਣ ਮੁੱਦਾ ਇਹ ਖੜਾ ਹੋ ਗਿਆ ਵੀ ਜਦੋਂ ਤੁਸੀਂ ਮੇਰੀ ਤੇ ਗੋਲਡੀ ਆਵਾਜ਼ ਦੀ ਕਨਵਰਸੇਸ਼ਨ ਨੂੰ ਇੱਕ ਮੋਡੂਲੇਸ਼ਨ ਆਵਾਜ਼ ਦੇ ਨਾਲ, ਉਸੇ ਪੱਤਰਕਾਰ ਨੇ ਕਦੇ ਗੋਲਡੀ ਆਵਾਜ਼ ਦੀ ਆਵਾਜ਼ ਬਣ ਕੇ ਆਵਾਜ਼ ਭਾਰੀ ਕਰ ਲਈ, ਕਦੇ ਮੇਰੀ ਆਵਾਜ਼ ਬਣ ਕੇ ਆਵਾਜ਼ ਪਤਲੀ ਕਰ ਲਈ। ਉਹਨੇ ਆਪਣੀ ਤਰੀਕੇ ਨਾਲ ਚੰਗਾ ਕੰਮ ਕੀਤਾ। ਇੱਕ ਵੌਇਸ ਜਿਹੜਾ ਆਰਟਿਸਟ ਹੁੰਦਾ ਹੈ ਉਹ ਐਵੇਂ ਦੇ ਕੰਮ ਕਰਦਾ ਹੈ। ਲੇਕਿਨ ਉਹ ਵੀਡੀਓ ਇੰਨੀ ਜ਼ਿਆਦਾ ਸਰਕੂਲੇਟ ਹੋਈ ਕਿਉਂਕਿ ਮੇਰੀ ਓਰੀਜਨਲ ਜਿਹੜੀ ਵੀਡੀਓ ਸੀ YouTube 'ਤੇ ਪਾਈ ਹੋਈ 20 ਜੂਨ ਦੀ, ਉਹਨੂੰ ਮੁਸ਼ਕਿਲ ਨਾਲ 7.5 ਲੱਖ ਲੋਕਾਂ ਨੇ ਵੇਖਿਆ। ਅਤੇ ਉਹਨਾਂ ਦੀ ਜਿਹੜੀ ਇੰਟਰਵਿਊ ਨੂੰ 30 ਲੱਖ ਲੋਕ ਦੇਖ ਗਏ, ਕਿਉਂਕਿ ਵੱਡਾ ਚੈਨਲ ਹੈ, ਵੱਡਾ ਪਲੈਟਫਾਰਮ ਹੈ। ਅਸੀਂ ਸਿੰਗਲ ਯੂਟਿਊਬਰ ਨੇ, ਇਹ ਲੋਕ ਬੜੇ ਵੱਡੇ ਸੰਸਾਧਨਾਂ ਦੇ ਨਾਲ ਖੇਡਦੇ ਨੇ ਮੈਦਾਨ ਦੇ ਵਿੱਚ। ਸੋ ਉਹਨਾਂ ਨੂੰ ਜਿੰਨੇ ਲੋਕਾਂ ਨੇ ਵੇਖਿਆ, ਉਸ ਵਕਤ ਉਹਨਾਂ ਦੇ ਚੈਨਲਾਂ ਦੇ ਉੱਤੇ ਵੀ ਕਮੈਂਟ ਹੈ ਕਿ ਜੀ ਇਹ ਤਾਂ ਫੇਕ ਆਵਾਜ਼ ਹੈ। ਲੇਕਿਨ ਕਈ ਲੋਕ ਦੇਖੋ ਕਮੈਂਟ ਕਰਨ ਵਾਲੇ ਹੁੰਦੇ ਨੇ ਮੁਸ਼ਕਿਲ ਨਾਲ 2% ਲੋਕ, ਲੇਕਿਨ 98% ਲੋਕ ਕਿਤੇ ਨਾ ਕਿਤੇ ਉਸ ਗੱਲ ਨੂੰ ਸੱਚ ਮੰਨ ਬੈਠਦੇ ਨੇ। ਅਤੇ ਇਹੀ ਇਹ ਇੱਕ ਆਪਾਂ ਕਹਿੰਦੇ ਅਨਫੋਰਚੂਨੇਟ ਪਾਰਟ ਹੈ। ਇੱਕ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਉਸ ਡਬਡ ਆਵਾਜ਼ ਨੂੰ, ਉਸ ਪੱਤਰਕਾਰ ਦੀ ਆਵਾਜ਼ ਨੂੰ, ਜੋ ਕਿ ਉਸਨੇ ਬਦਲ ਕੇ ਕੀਤੀ, ਆਪਣੇ ਵਿਵੇਕ ਦੇ ਨਾਲ ਉਸਨੇ ਜੋ ਵੀ ਕੀਤਾ, ਲੇਕਿਨ ਉਸ ਨੂੰ ਲੋਕ ਸੱਚ ਮੰਨ ਕੇ ਬੈਠੇ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਸੱਚ ਮੰਨ ਕੇ ਬੈਠੇ ਨੇ। ਅਤੇ ਮੈਂ ਇਸ ਚੀਜ਼ ਦਾ ਜ਼ਿਕਰ ਪਹਿਲਾਂ ਵੀ ਆਪਣੇ ਰੈਡ FM ਦੇ ਇੱਕ ਵੀਡੀਓ ਦੇ ਵਿੱਚ ਕੀਤਾ ਹੈ। ਸੋ ਹੁਣ ਜਦੋਂ ਗੋਲਡੀ ਬਰਾੜ ਦੀ ਦੂਸਰੀ ਮੇਰੀ ਕਨਵਰਸੇਸ਼ਨ, ਜੋ ਕਿ 29 ਮਈ ਤੋਂ ਬਾਅਦ 20 ਜੂਨ ਦੀ ਕਨਵਰਸੇਸ਼ਨ ਦੇ ਨਾਲ ਹੂਬਹੂ ਰਲਦੀ ਹੈ। ਮੈਂ ਇੱਕ ਬੜੇ ਵੱਡੇ ਟਿੱਪਣੀਕਾਰ ਹੈਗੇ ਨੇ, ਹਰ ਚੌਥੇ ਦਿਨ ਮੈਂ ਵੀ ਉਹਨਾਂ ਦੇ 1-2 ਇੰਟਰਵਿਊ ਲੈਣੇ, ਹਰ ਚੌਥੇ ਦਿਨ ਕਿਸੇ ਨਾ ਕਿਸੇ ਟੀਵੀ ਦੇ ਅੱਗੇ ਬੈਠ ਕੇ ਬੋਲਣਾ ਮੈਨੂੰ ਲੱਗਦਾ ਉਹਨਾਂ ਨੂੰ ਚੰਗਾ ਲੱਗਦਾ ਹੈ। ਸ਼ੌਂਕ ਹੋਣਾ ਲੋਕਾਂ ਨੂੰ ਕਿ ਬਿਨਾਂ ਤੱਥਾਂ ਦੇ ਅਤੇ ਬਿਨਾਂ ਜਾਣਕਾਰੀ ਦੇ ਵੀ ਬੋਲ ਦਿੰਦੇ ਨੇ। ਉਹ ਬਾਰ-ਬਾਰ ਕਹੀ ਜਾ ਰਹੇ ਨੇ ਕਿ ਆਵਾਜ਼ਾਂ ਨਹੀਂ ਮਿਲਦੀਆਂ। ਮੈਂ ਤੁਹਾਨੂੰ ਅੱਜ ਵੀ ਗਾਰੰਟੀ ਦੇ ਨਾਲ, ਦਾਅਵੇ ਦੇ ਨਾਲ ਕਹਿਣਾ ਹੈ ਕਿ ਤੁਸੀਂ 20 ਜੂਨ ਜਾਂ 21 ਜੂਨ ਨੂੰ ਜਿਹੜੀ ਮੇਰੀ ਇੰਟਰਵਿਊ ਨਸ਼ਰ ਹੋਈ ਸੀ ਗੋਲਡੀ ਬਰਾੜ ਦੇ ਨਾਲ, ਅਤੇ 5 ਦਸੰਬਰ ਨੂੰ ਜਿਹੜੀ ਆਪਾਂ ਇੰਟਰਵਿਊ ਚਲਾਈ ਹੈ, ਉਹ ਦੋਵਾਂ ਦੀ ਆਵਾਜ਼ ਜੇ ਮੇਰੇ ਚੈਨਲ ਦੇ ਉੱਤੇ ਪਏ ਹੋਏ ਓਰੀਜਨਲ ਇੰਟਰਵਿਊ ਲਿੰਕਸ ਦੇ ਨਾਲ ਰਲਾਉਂਗੇ ਤਾਂ ਆਵਾਜ਼ਾਂ ਬਿਲਕੁਲ ਸੇਮ ਨੇ। ਲਹਿਜ਼ਾ, ਗੱਲ ਕਰਨ ਦਾ ਪਿਚ, ਥੋੜ੍ਹੀ ਬਹੁਤ ਜਿਹੜੀ ਵੇਰੀਏਸ਼ਨ ਹੈਗੀ ਆਵਾਜ਼ ਦੀ ਕੁਆਲਿਟੀ ਦੇ ਵਿੱਚ ਹੈ, ਕਿਉਂਕਿ ਉਸ ਦਿਨ ਜਦੋਂ 20 ਜੂਨ ਨੂੰ ਗੱਲ ਹੋਈ ਸੀ ਉਹ ਬਹੁਤ ਹੀ ਡਿਸਟਰਬ ਆਵਾਜ਼ ਸੀ। ਅਤੇ ਇਹ ਲੋਕਾਂ ਨੂੰ ਪਤਾ ਨਹੀਂ, ਜਿਹੜੇ ਫੇਸਬੁੱਕ ਹੀ ਬਣਦੇ ਨੇ, YouTube ਹੀ ਜਿਹੜੇ ਚੈਨਲ ਚਲਾ ਕੇ ਬੈਠੇ ਨੇ, ਇਵਨ ਵੱਡੇ ਚੈਨਲ ਜਿਹੜੇ ਅੱਜ ਬੜੀ ਟਿੱਪਣੀਆਂ ਕਰ ਰਹੇ ਨੇ ਜੀ ਆਵਾਜ਼ ਨਹੀਂ ਹੈ। ਮੈਨੂੰ ਹੈਰਾਨੀ ਹੈ ਕਿ ਆਵਾਜ਼, ਇਹਨਾਂ ਨੂੰ ਲੱਗਦਾ ਹੈ ਕਿ ਗੈਂਗਸਟਰ ਨੇ ਫੋਨ ਚੱਕਿਆ ਅਤੇ ਰਿਤੇਸ਼ ਲੱਖੀ ਨੂੰ ਫੋਨ ਲਾਤਾ ਅਤੇ ਫੋਨ ਦੇ ਉੱਤੇ ਜਿਵੇਂ ਕਨਵਰਸੇਸ਼ਨ ਹੁੰਦੀ। ਨਹੀਂ, ਐਵੇਂ ਨਹੀਂ ਹੋ ਰਿਹਾ ਸੀ। ਇਸ ਕੇਸ ਦੇ ਵਿੱਚ ਇੱਕ ਕਾਨਫਰੰਸ ਕਾਲ ਚੱਲਦੀ ਹੈ। ਇੱਕ ਐਂਡ ਦੇ ਉੱਤੇ ਗੋਲਡੀ ਬਰਾੜ ਬੈਠਾ ਹੈ ਜੋ ਕਿ ਨਾਰਥ ਅਮਰੀਕਾ ਦੇ ਵਿੱਚ ਬੈਠਾ ਹੋ ਸਕਦਾ ਹੈ, ਦੂਸਰੇ ਪਾਸੇ ਲੰਡਾ ਹਰੀਕੇ ਬੈਠਾ ਹੈ ਜੋ ਕਿ ਕੈਨੇਡਾ ਦੇ ਵਿੱਚ ਵੀ ਹੋ ਸਕਦਾ ਹੈ ਜਾਂ ਨਾਰਥ ਅਮਰੀਕਾ ਦੇ ਵਿੱਚ ਵੀ ਹੋ ਸਕਦਾ ਹੈ।
ਤੇ ਇੱਕ ਹੋਰ ਕੰਟੀਨੈਂਟ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਕੁਝ ਹੋਰ ਮੁੰਡੇ ਬੈਠੇ ਨੇ ਜੋ ਕਿ ਇਹਨਾਂ ਦੇ ਗੈਂਗਸਟਰ ਹੈਗੇ ਨੇ। ਹੁਣ ਹੁੰਦਾ ਕੀ ਹੈ, ਐਂਡ ਪੋਸੀਬਲੀ ਇੱਕ ਨਹੀਂ ਦੋ ਹੋਰ ਕੰਟੀਨੈਂਟਸ ਹੋਣ। ਹੁਣ ਜਦੋਂ ਇਸ ਤਰੀਕੇ ਦੀ ਕਾਲ ਲਗਾਈ ਜਾਂਦੀ ਹੈ, ਉਹਦੇ ਵਿੱਚ ਇੱਕ ਕਾਲ ਫੜ ਕੇ ਜਿਹੜੀ ਕਾਲ ਹੈ ਉਹ ਮੈਨੂੰ ਲਗਾਈ ਗਈ, ਦੂਸਰੇ ਫੋਨ ਤੋਂ ਦੂਸਰੇ ਹੈਂਡਸੈਟ ਤੋਂ ਕਾਲ ਜਿਹੜੀ ਸੀ ਉਹ ਗੋਲਡੀ ਬਰਾੜ ਨੂੰ ਲਗਾਈ ਗਈ, ਅਤੇ ਉਹ ਦੋਵੇਂ ਜਿਹੜੇ ਹੈਂਡਸੈਟ ਸੀ ਉਹਨਾਂ ਦੀ ਕਾਲਸ ਨੂੰ ਸਪੀਕਰ ਫੋਨ ਦੇ ਉੱਤੇ ਲੈ ਲਿਆ ਗਿਆ। ਇਸੇ ਦੌਰਾਨ ਇੱਕ ਤੀਸਰੇ ਹੈਂਡਸੈਟ ਤੋਂ ਇੱਕ ਹੋਰ ਕਾਲ ਲਗਾਈ ਗਈ, ਯਾਨੀ ਕਿ ਇੱਕ ਹੀ ਲੋਕੇਸ਼ਨ ਦੇ ਉੱਤੇ 3 ਹੈਂਡਸੈਟ ਅਵੇਲੇਬਲ ਸੀ। ਇੱਕ ਪਾਸੇ ਮੇਰਾ ਫੋਨ ਲਾਈਨ 'ਤੇ ਹੋਏਗਾ, ਇਹ ਮੇਰੀ ਅਜ਼ੰਪਸ਼ਨ ਹੈ, ਮੈਂ ਇਸ ਚੀਜ਼ ਨੂੰ ਐਵੇਂ ਹੀ ਲੈ ਕੇ ਚੱਲਦਾ। ਹੁਣ ਜਦੋਂ ਤਿੰਨੋਂ ਫੋਨਸ ਨੂੰ ਤੁਸੀਂ ਸਪੀਕਰ ਫੋਨ 'ਤੇ ਕਰਤਾ ਤਾਂ ਇੱਕ ਦੂਸਰੇ ਦੀ ਆਵਾਜ਼ ਉਸ ਜ਼ਰੀਏ ਆ ਸਕਦੀ ਹੈ। ਹੁਣ ਮੇਰੇ ਕੋਲ ਜਿਹੜੇ ਵੀ ਨੰਬਰਾਂ ਦੇ ਉੱਤੇ ਕਾਲ ਆਏਗੀ ਉਹ ਉਹਨਾਂ ਲੋਕਾਂ ਦੀ ਹੋਏਗੀ, ਉਹ ਮੁੰਡਿਆਂ ਦੀ ਹੋਏਗੀ, ਉਹ ਗੈਂਗਸਟਰਾਂ ਦੀ ਹੋਏਗੀ ਜੋ ਕਿ ਇਹਨਾਂ ਦੇ ਸਾਥੀ ਨੇ ਅਤੇ ਉਹ ਕਿਸੇ ਹੋਰ ਕੰਟੀਨੈਂਟ ਵਿੱਚ ਬੈਠੇ ਨੇ, ਕਿਸੇ ਹੋਰ ਮੁਲਕ ਦੇ ਵਿੱਚ ਬੈਠੇ ਨੇ। ਉਹ ਸਪੇਨ ਵਿੱਚ ਬਹਿ ਸਕਦੇ ਨੇ, ਪੁਰਤਗਾਲ ਵਿੱਚ ਬਹਿ ਸਕਦੇ ਨੇ, ਉਹ ਜਰਮਨੀ ਦੇ ਵਿੱਚ ਬੈਠ ਸਕਦੇ ਨੇ, ਉਹ ਫਿਲੀਪਾਈਨਸ ਦੇ ਵਿੱਚ ਬੈਠ ਸਕਦੇ ਨੇ, ਉਹ ਬੈਂਕਾਕ ਦੇ ਵਿੱਚ ਬੈਠ ਸਕਦੇ ਨੇ, ਕਿਤੇ ਵੀ ਬੈਠ ਕੇ ਕਾਲ ਲਗਾਈ ਜਾ ਸਕਦੀ ਹੈ। ਸੋ ਉਸ ਕਾਰਨ ਉਹ ਜਿਹੜੀ ਆਵਾਜ਼ ਦੇ ਵਿੱਚ ਬਹੁਤ ਜ਼ਿਆਦਾ ਡਿਸਟਰਬੈਂਸ ਹੈ। ਅਤੇ ਇਹ 20 ਜੂਨ ਦੀ ਜਿਹੜੀ ਰਿਕਾਰਡਿੰਗ ਸੀ, 21 ਜੂਨ ਦੀ, 20 ਜੂਨ ਦੇ 21 ਜੂਨ ਨੂੰ ਆਪਾਂ ਜਦੋਂ ਚਲਾਈ ਹੈ, ਉਸ ਰਿਕਾਰਡਿੰਗ ਦੇ ਵਿੱਚ ਜ਼ਿਆਦਾ ਡਿਸਟਰਬੈਂਸ ਸੀ, ਲੇਕਿਨ ਆਵਾਜ਼ ਦੀ ਟੋਨ ਪੂਰਾ ਦਾ ਪੂਰਾ ਉਸਦਾ ਜਿਹੜਾ ਟੈਕਸਚਰ ਸੀ ਉਹ 5 ਦਸੰਬਰ ਵਾਲੀ ਆਵਾਜ਼ ਦੇ ਨਾਲ ਮਿਲਦਾ ਸੀ। ਅਤੇ ਇੱਕ ਔਨ ਦ ਟੌਪ ਆਫ ਇਟ ਕੁਛ ਲੋਕ ਹੈਰਾਨ ਹੈਗੇ ਨੇ ਕਿ ਮਤਲਬ ਕਈ ਲੋਕਾਂ ਨੇ ਤਾਂ ਜਿਹੜੀ ਪੋਸਟਾਂ ਗੋਲਡੀ ਬਰਾੜ ਜਾਂ ਕਿ ਲਾਰੈਂਸ ਬਿਸ਼ਨੋਈ ਵਗੈਰਾ ਦੇ ਸੋਸ਼ਲ ਮੀਡੀਆ ਹੈਂਡਲਸ ਤੋਂ ਕੀਤੀਆਂ ਗਈਆਂ ਅਤੇ ਉੱਤੇ ਜ਼ਿੰਮੇਵਾਰੀ ਲਈ ਗਈ, ਉਹਨਾਂ ਨੂੰ ਕੰਪੇਅਰ ਕੀਤਾ ਜੀ ਕਿ ਇਹ ਦੇਖੋ ਜੀ ਇਹ ਤਾਂ ਹੁਣ ਪੋਸਟਾਂ ਪਾਈਆਂ ਗਈਆਂ ਨੇ ਅਤੇ ਇੱਕ ਤਾਂ ਸਾਡੇ ਮਹਾਨ ਕਿਰਦਾਰ ਹੈਗੇ ਨੇ ਜੀ, ਸੋਸ਼ਲ ਮੀਡੀਆ ਦੇ ਸਟਾਰ ਹੈਗੇ ਨੇ, ਉਹ ਤਾਂ ਕਹਿੰਦੇ ਜੀ ਕਿ ਪੱਤਰਕਾਰ ਹੀ ਇਹਨਾਂ ਦੀ ਆਈਡੀ ਚਲਾਉਂਦਾ ਪਿਆ ਹੈਗਾ। ਤੋ ਚਲੋ ਖੈਰ ਐਨੀਵੇਜ਼, ਜਿੰਨੀ ਕੁ ਸਮਝ ਰੱਬ ਨੇ ਬੰਦਿਆਂ ਨੂੰ ਦਿੱਤੀ ਹੈ ਉਸਨੇ ਉਸੀ ਹਿਸਾਬ ਨਾਲ ਗੱਲ ਕਰਨੀ ਹੈ। ਮੈਂ ਉਹਨਾਂ ਚੀਜ਼ਾਂ ਵਿੱਚ ਨਹੀਂ ਜਾਣਾ ਚਾਹੁੰਦਾ, ਲੇਕਿਨ ਮੈਂ ਜਿਹੜੀ ਗੱਲ ਅੱਜ ਕਹਿਣੀ ਚਾਹੁੰਦਾ ਹਾਂ ਉਹ ਇਹ ਹੈ ਕਿ ਗੋਲਡੀ ਬਰਾੜ ਦੀ ਅਸਲ ਆਵਾਜ਼ ਜਿਹੜੀ ਹੈ, ਜੋ ਵੀ ਗੋਲਡੀ ਬਰਾੜ ਜੋ ਤਾਂ ਦਾਅਵਾ ਹੈ, ਜੋ ਉਸਨੇ ਗੱਲਾਂ ਬਾਤਾਂ ਕੀਤੀਆਂ ਨੇ, ਅਤੇ ਕਿਉਂਕਿ ਉਹਨੂੰ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਕਨਫਰੰਟ ਕੀਤਾ ਗਿਆ। ਟਿੱਪਣੀਕਾਰਾਂ ਨੇ ਇਹ ਵੀ ਕਿਹਾ ਜੀ ਕਿ ਪਹਿਲੀ 4 ਮਿੰਟ ਦੀ ਇੰਟਰਵਿਊ ਮੈਂ ਦੇਖੀ, ਲੋਕਾਂ ਨੇ ਦੇਖੀ ਨਹੀਂ ਇੰਟਰਵਿਊ, 1 ਘੰਟਾ ਸ਼ਾਇਦ ਉਹ 6 ਜਾਂ 1 ਘੰਟਾ 9 ਮਿੰਟ ਦੀ ਇੰਟਰਵਿਊ ਸੀ ਟੋਟਲ। ਆਈ ਥਿੰਕ 60 ਮਿੰਟਾਂ ਦੀ ਸੀਗੀ, ਲੇਕਿਨ ਉਸਦੇ ਵਿੱਚ ਥੋੜ੍ਹਾ ਇੱਕ ਪ੍ਰੋਮੋ ਵਗੈਰਾ ਲਗਾ ਲੂ ਕਿ ਜਿਹੜਾ ਟੀਜ਼ਰ ਮੈਂ ਬਣਾਉਂਦਾ ਹਾਂ ਉਹ ਅੱਗੇ ਲਗਾ ਕੇ ਉਹ ਐਡੀ ਵੱਡੀ ਇੰਟਰਵਿਊ ਸੀ। ਤਾਂ ਕਿਸੇ ਨੇ ਉਹ ਇੰਟਰਵਿਊ ਬਹੁਤ ਘੱਟ ਲੋਕਾਂ ਨੇ ਦੇਖੀ। ਜਿਨ੍ਹਾਂ ਨੇ ਦੇਖੀ ਹੈ ਕਿਉਂਕਿ ਰਿਤੇਸ਼ ਲੱਖੀ ਅਨਪਲੱਗਡ ਦੇ ਨਾਲ ਜਿਹੜੇ ਲੋਕ ਜੁੜੇ ਨੇ ਉਹਨਾਂ ਨੂੰ ਇਸ ਚੀਜ਼ ਵਿੱਚ ਬਿਲੀਵ ਕਰਨ ਦੇ ਵਿੱਚ ਕੋਈ ਗੱਲਬਾਤ ਹੀ ਨਹੀਂ ਹੈ, ਅਤੇ ਉਹਨਾਂ ਨੂੰ ਪਤਾ ਵੀ ਗੋਲਡੀ ਬਰਾੜ ਦੀ ਆਵਾਜ਼ ਪਹਿਲਾਂ ਵੀ ਸੀ ਹੈ। ਅਤੇ ਉਸ ਤੋਂ ਬਾਅਦ ਤੁਸੀਂ ਲਾ ਲਓ 20 ਜੂਨ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਇਨਵੈਸਟੀਗੇਟਿੰਗ ਏਜੰਸੀਜ਼, ਦਿੱਲੀ ਪੁਲਿਸ, ਪੰਜਾਬ ਪੁਲਿਸ, NIA, ਸਾਰੇ ਦੇ ਸਾਰੇ ਉਸ ਆਵਾਜ਼ ਨੂੰ ਗੋਲਡੀ ਬਰਾੜ ਦੀ ਆਵਾਜ਼ ਹੀ ਮੰਨਦੇ ਨੇ ਕਿਉਂਕਿ ਉਹ ਆਵਾਜ਼ ਹੀ ਗੋਲਡੀ ਬਰਾੜ ਦੀ ਹੈ। ਹੋਰ ਵੀ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਸਬੂਤ ਤੁਹਾਡੇ ਸਾਹਮਣੇ ਆਉਣਗੇ, ਅਤੇ ਜਦੋਂ ਚਲੋ ਅਸਲ ਨੇ ਸਾਹਮਣੇ ਆ ਜਾਣਾ ਹੈ, ਸੱਚ ਨੇ ਸਾਹਮਣੇ ਆ ਜਾਣਾ ਹੈ, ਤਾਂ ਪਤਾ ਲੱਗ ਜਾਏਗਾ ਵੀ ਉਹ ਕਿੰਨੀਆਂ ਗੱਲਾਂ ਬਾਤਾਂ ਨੇ। ਲੇਕਿਨ ਮੈਨੂੰ ਹੈਰਾਨੀ ਇਹ ਹੁੰਦੀ ਹੈ ਕਿ ਦੁਨੀਆ ਦੇ ਜਿਹੜੇ ਕੁਝ ਪੱਤਰਕਾਰ ਹੈਗੇ ਨੇ ਜਾਂ ਦੁਨੀਆ ਦੇ ਕੁਝ ਟਿੱਪਣੀਕਾਰ ਹੈਗੇ ਨੇ, ਸੋਸ਼ਲ ਮੀਡੀਆ ਦੇ ਜਿਹੜੇ ਸਿਤਾਰੇ ਨੇ, ਉਹਨਾਂ ਕੋਲ ਕੁਝ ਤੱਥ ਨਹੀਂ ਨੇ। ਉਹ ਸਾਡੀਆਂ ਰਿਪੋਰਟ ਮੈਨੂੰ ਇਸ ਚੀਜ਼ ਦੀ ਥੋੜ੍ਹੀ ਬਹੁਤ ਅੰਦਰੋਂ ਕਹੀਏ ਤਾਂ ਸੈਟਿਸਫੈਕਸ਼ਨ ਵੀ ਹੁੰਦੀ ਹੈ ਵੀ ਇਹ ਸਾਡੇ ਉੱਤੇ ਚਰਚਾਵਾਂ ਹੋ ਰਹੀਆਂ ਨੇ। ਮੈਂ ਤਾਂ ਕੁਝ ਹੈ ਹੀ ਨਹੀਂ, ਮੈਂ ਤਾਂ ਉਹਨਾਂ ਵਾਂਗ ਹੀ ਇੱਕ ਖਬਰ ਦੇਣ ਵਾਲਾ, ਨਸ਼ਰ ਕਰਨ ਵਾਲਾ ਇੱਕ ਪੱਤਰਕਾਰ ਹਾਂ, ਅਤੇ ਮੇਰਾ ਕੰਮ ਹੈ ਤੱਥਾਂ ਨੂੰ ਤੁਹਾਡੇ ਤੱਕ ਪਹੁੰਚਾਉਣਾ। ਲੇਕਿਨ ਮੇਰੇ ਉੱਤੇ TV ਡਿਬੇਟਾਂ ਕਰਦੇ ਪਏ ਨੇ, ਮੇਰੇ ਉੱਤੇ ਚਰਚਾਵਾਂ ਹੋ ਰਹੀਆਂ ਨੇ, ਰੇਡੀਓ ਸਟੇਸ਼ਨਾਂ ਦੇ ਉੱਤੇ ਮੇਰੇ ਉੱਤੇ ਚਰਚਾਵਾਂ ਹੋ ਰਹੀਆਂ ਨੇ। ਉਹ ਹੱਦ ਹੋ ਗਈ ਯਾਰ ਇਹਨਾਂ ਦੀ। ਮੈਂ ਕੱਲ੍ਹ ਆਪਣੇ ਰੈਡ FM ਚੈਨਲ ਜਿਹੜਾ ਹੈ ਉਸ ਦੀ ਇੱਕ ਚਰਚਾ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਮੈਂ ਕੁਇੰਟ ਦੀ ਇੱਕ ਰਿਪੋਰਟ ਪੜ੍ਹੀ। ਇਹ ਪੱਤਰਕਾਰਿਤਾ ਦੇ ਸਾਡੇ ਸਭ ਲਈ ਇੱਕ ਬੜਾ ਵੱਡਾ ਲੈਸਨ ਹੈ, ਮੇਰੇ ਲਈ ਵੀ ਬੜਾ ਵੱਡਾ ਲੈਸਨ ਹੈ ਕਿ ਕੁਇੰਟ ਦੇ ਪੱਤਰਕਾਰ ਨੇ, ਆਦਿਤਿਆ ਮੈਨਨ ਸਾਹਿਬ ਨੇ, ਅਤੇ ਇੱਕ ਉਹਨਾਂ ਦੀ ਮਹਿਲਾ ਪੱਤਰਕਾਰ ਸੀ ਜੋ ਕਿ ਆਈ ਥਿੰਕ US ਕੈਲੀਫੋਰਨੀਆ ਬੇਸ ਸੀ। ਉਹਨਾਂ ਨੇ ਘੱਟੋ ਘੱਟ 8 ਜਾਂ 9 ਜਿਹੜੇ ਸੋਰਸਿਸ ਜਾਂ ਸੂਤਰ ਸੀ ਅਮਰੀਕਾ ਦੇ ਵਿੱਚ, ਉਹਨਾਂ ਨੂੰ ਖੰਗਾਲਿਆ, ਇਨਵੈਸਟੀਗੇਟ ਕੀਤਾ ਕਿ ਵੀ ਕਿੱਥੇ ਗੋਲਡੀ ਬਰਾੜ ਫੜਿਆ ਗਿਆ ਹੋ ਸਕਦਾ। FBI, ਉਹਨਾਂ ਦੀ ਜਿਹੜੀਆਂ ਲੋਕਲ ਕਾਊਂਟੀ ਪੁਲਿਸ ਸੀ ਜਾਂ ਅਦਾਲਤਾਂ ਸੀ, ਉਹਨਾਂ ਨੂੰ ਕਿਤੇ ਰਿਕਾਰਡ ਮਿਲਿਆ ਨਹੀਂ। ਅਤੇ ਉਹਨਾਂ ਨੇ 8-9 ਸੂਤਰਾਂ ਤੋਂ, ਈਵਨ ਆਪਣੇ ਦੇਸ਼ ਦੀਆਂ ਭਾਰਤ ਦੀਆਂ ਇਨਵੈਸਟੀਗੇਟਿਵ ਏਜੰਸੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਇੱਕ ਬੜੀ ਚੰਗੀ ਰਿਪੋਰਟ ਤਿਆਰ ਕੀਤੀ, ਅਤੇ ਉਹਨਾਂ ਨੇ ਮੇਰੀ ਪੂਰੀ ਦੀ ਪੂਰੀ ਰਿਪੋਰਟ ਨੂੰ ਵਰਬਟਿਮ ਕੋਟ ਵੀ ਕੀਤਾ ਵੀ ਇਹ ਅਲੈਜਡ ਜਿਹੜਾ ਬੰਦਾ ਗੋਲਡੀ ਬਰਾੜ ਹੈ ਇਹ ਦਾਅਵੇ ਕਰਦਾ ਪਿਆ। ਹੁਣ ਇਹ ਤਾਂ ਹੈਗੀ ਪੜ੍ਹੀ ਲਿਖੀ ਪੱਤਰਕਾਰਿਤਾ। ਜਿਹੜੇ ਚੰਗੇ ਪੱਤਰਕਾਰ ਨੇ ਉਹਨਾਂ ਨੂੰ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਾ ਆਉਂਦਾ ਹੈ। ਉਹਨਾਂ ਨੂੰ ਇਹ ਵੀ ਪਤਾ ਵੀ ਜਿਹੜੀ ਚੀਜ਼ ਆਪਾਂ ਆਪਣੇ ਚੈਨਲ 'ਤੇ ਦਿੱਤੀ ਹੈ, ਮੈਂ ਕੋਈ ਹਵਾ 'ਚ ਗੱਲਾਂ ਨਹੀਂ ਕਰਦਾ ਪਿਆ ਸੀ, ਅਤੇ ਇਹ ਜਿਹੜੀ ਗੱਲਾਂ ਬਾਤਾਂ ਦੇ ਉੱਤੇ ਸੰਸਿਆ 'ਚ ਕੁਝ ਬੰਦੇ ਖੜੇ ਕਰਕੇ ਕਰ ਰਹੇ ਨੇ। ਹੁਣ ਤੁਸੀਂ ਇਹ ਦੱਸੋ ਵੀ ਇੱਕ ਪੱਤਰਕਾਰ ਤਾਂ ਖੈਰ ਉਹ ਹੈ ਨਹੀਂ ਜਿਹੜਾ ਸੋਸ਼ਲ ਮੀਡੀਆ ਉੱਤੇ ਕਮੈਂਟ ਕਰਦੇ ਨੇ ਭਾਈ ਸਾਹਿਬ, ਉਹ ਕਹਿੰਦੇ ਕਿ ਯਾਰ ਇਹ ਗੋਲਡੀ ਬਰਾੜ ਨੇ ਜਸਟ ਨਾਓ ਪੋਸਟ ਪਾਤੀ, ਉਹਦਾ ਜਿਹੜਾ ਇੱਕ ਸਕਰੀਨਸ਼ਾਟ ਸੀ ਜੀ, ਪੱਤਰਕਾਰ ID ਚਲਾ ਰਿਹਾ। ਉਹ ਛੱਡ ਦਿਓ ਤੁਸੀਂ ਯਾਰ ਪੱਤਰਕਾਰਾਂ ਨੂੰ। ਮੈਂ ਕਹਿੰਦਾ ਤੁਸੀਂ ਤੁਹਾਡੀ ਆਪਣੀ ਇਨਵੈਸਟੀਗੇਸ਼ਨ ਦਾ ਕੈਲੀਬਰ ਕੀ ਹੈ? ਤੁਸੀਂ ਸਿਰਫ ਗੱਲਾਂ ਬਾਤਾਂ ਅਤੇ ਖਬਰਾਂ ਸੁਣ ਕੇ ਇਨਵੈਸਟੀਗੇਸ਼ਨ ਕਰ ਸਕਦੇ ਹੋ। ਮੈਂ ਇਹ ਸਭ ਲਈ ਅਪਲਾਈ ਹੁੰਦਾ ਟੂ ਆਲ ਦ ਜਰਨਲਿਸਟ। ਵੱਡੇ ਜਿਹੜੇ ਚੈਨਲ ਨੇ
ਉਹਨਾਂ ਦੇ ਪੱਤਰਕਾਰਾਂ ਨੂੰ ਵੀ ਮੇਰਾ ਸਵਾਲ ਹੈ ਤੁਹਾਡੀ ਆਪਣੀ ਪੜਤਾਲ ਕਿੱਥੇ ਹੈ। ਤੇ ਫਿਰ ਮੈਨੂੰ ਤੁਸੀਂ ਪੁੱਛਦੇ ਹੋ ਵੀ ਗੈਂਗਸਟਰ ਤੁਹਾਨੂੰ ਕਿਉਂ ਫੋਨ ਕਰਦੇ ਨੇ। ਗੈਂਗਸਟਰ ਮੈਨੂੰ ਫੋਨ ਸ਼ਾਇਦ ਇਸ ਵਾਸਤੇ ਕਰਦੇ ਹੋਣ ਕਿਉਂਕਿ ਮੈਂ ਆਪਣਾ ਕੰਮ ਥੋੜੀ ਮਿਹਨਤ ਨਾਲ ਕਰ ਲੈਂਦਾ। ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਵੀ ਯਾਰ ਇਹ ਬੰਦਾ ਥੋੜ੍ਹੇ ਜਿਹੇ ਤੱਥ ਕੱਢਣ ਦੀ ਮਿਹਨਤ ਕਰਨ ਦੀ ਕੋਸ਼ਿਸ਼ ਤਾਂ ਕਰਦਾ ਹੈ ਨਾ। ਹੁਣ ਤੁਸੀਂ ਮੇਰੇ ਉੱਤੇ ਜਦੋਂ ਚਰਚਾਵਾਂ ਕਰ ਤੁਸੀਂ ਇੰਨਾ ਜ਼ੋਰ ਆਪਣਾ ਐਨਰਜੀ ਟਾਈਮ ਟੀਵੀ ਸਟੇਸ਼ਨਾਂ ਦੇ ਉੱਤੇ ਡਿਬੇਟਾਂ ਦੇ ਵਿੱਚ ਰਿਤੇਸ਼ ਲੱਖੀ ਦੇ ਉੱਤੇ ਕਿਉਂ ਲਾ ਰਹੇ ਹੋ। ਤੁਸੀਂ ਗੋਲਡੀ ਬਰਾੜ ਨੂੰ ਲੱਭਣ ਦੇ ਵਿੱਚ ਇੰਨਾ ਜ਼ੋਰ ਕਿਉਂ ਨਹੀਂ ਲਾਉਂਦੇ। ਮੇਰੇ ਕੋਲ ਤਾਂ ਐਸੀਆਂ ਕੰਕਰੀਟ ਇਨਪੁਟਸ ਨੇ। ਹੁਣ ਉਹ ਮੈਂ ਚੀਜ਼ਾਂ ਹਲੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਨਹੀਂ ਕਿਉਂਕਿ ਗੋਲਡੀ ਬਰਾੜ ਦੇ ਫੋਨ ਤੋਂ ਬਾਅਦ ਤਾਂ ਮੈਨੂੰ ਰੁਕਣਾ ਪਿਆ। ਲੇਕਿਨ ਮੇਰੇ ਕੋਲ ਬਹੁਤ ਐਸੀਆਂ ਕੰਕਰੀਟ ਲੀਡਸ ਆਈਆਂ ਕੈਲੀਫੋਰਨੀਆ ਤੋਂ ਕਿ ਉਹਨੂੰ ਕਿੱਥੇ ਕਿਹੜੇ ਮੌਕੇ ਦੇ ਉੱਤੇ ਕਨਫਰੰਟ ਕੀਤਾ ਗਿਆ ਹੋ ਸਕਦਾ। ਮੈਨੂੰ ਇੱਥੋਂ ਦੀ ਬੜੀ ਸਪੈਸੀਫਿਕ ਇਨਫੋਰਮੇਸ਼ਨ ਵੀ ਆਈ ਤੇ ਕਿਸੇ ਪੁਲਿਸ ਦੇ ਮਾਧਿਅਮ ਤੋਂ ਨਹੀਂ ਆਈ। ਪੁਲਿਸ ਦੇ ਮਾਧਿਅਮ ਤੋਂ ਵੀ ਸਾਨੂੰ ਪਹਿਲਾਂ ਆਉਂਦੀਆਂ ਰਹੀਆਂ ਜਿਸ ਬੇਸ ਉੱਤੇ ਆਪਾਂ ਰਿਪੋਰਟਾਂ ਵੀ ਤਿਆਰ ਕੀਤੀਆਂ। ਕੱਲੀ ਪੁਲਿਸ ਨਹੀਂ ਸਾਡੇ ਹੋਰ ਵੀ ਸੂਤਰ ਰਹੇ ਜਿਨ੍ਹਾਂ ਨੇ ਇਸ ਚੀਜ਼ ਦੀ ਤਸਦੀਕ ਕੀਤੀ। ਲੇਕਿਨ ਮੇਰੀ ਹੈਰਾਨੀ ਤਾਂ ਉਹ ਲੋਕਾਂ ਦੇ ਉੱਤੇ ਹੈ ਜੋ ਕਿ ਚਰਚਾਵਾਂ ਗੋਲਡੀ ਬਰਾੜ ਨੂੰ ਲੱਭਣ ਤੇ ਤੁਸੀਂ ਆਪਣਾ ਟਾਈਮ ਐਨਰਜੀ ਲਾਓ। ਉਹ ਕਿੱਥੇ ਹੋ ਸਕਦਾ ਹੈ ਉਹਦੀ ਲੀਡ ਲੱਭੋ ਜੇ ਤੁਹਾਡੇ 'ਚ ਵਾਕਈ ਇੰਨੀ ਖੋਜੀ ਪੱਤਰਕਾਰਿਤਾ ਬਚੀ ਹੈ। ਵਿਸ਼ਲੇਸ਼ਣਾ ਕਰਨ ਲਈ ਟੀਵੀ 'ਤੇ ਬੈਠ ਕੇ ਗੱਲਾਂ ਕਰਨੀਆਂ ਟੀਵੀ ਦੀ ਡਿਬੇਟਾਂ ਸੁਣ ਕੇ ਇੱਧਰੋਂ ਉੱਧਰੋਂ ਇਨਫੋਰਮੇਸ਼ਨ ਲੈ ਕੇ ਉਹ ਜਿਵੇਂ ਸਿਆਸੀ ਪਾਰਟੀਆਂ ਕਰਦੀਆਂ ਨੇ ਵੀ ਉੱਧਰ ਦੇ ਟੀਵੀ ਹੁਣ ਮੇਰੀਆਂ ਇੰਟਰਵਿਊਆਂ ਨੂੰ ਕੋਟ ਕਰੀ ਜਾ ਰਿਹਾ। ਕਦੀ ਕੋਈ ਅਕਾਲੀ ਦਲ ਕੋਟ ਕਰ ਰਿਹਾ ਕਦੀ ਕੋਈ ਉਹ ਕਹਿ ਰਿਹਾ ਵੀ ਭਗਵੰਤ ਮਾਨ ਸਰਕਾਰ ਨੂੰ ਢਾਲੋ। ਉਹ ਭਗਵੰਤ ਮਾਨ ਐਜ਼ ਏ ਮੁੱਖ ਮੰਤਰੀ ਤਾਂ ਮੈਂ ਉਹਦਾ ਐਡਾ ਕਸੂਰ ਨਹੀਂ ਮੰਨਦਾ ਜੇ ਉਹਨਾਂ ਨੇ ਸਟੇਟਮੈਂਟ ਦਿੱਤੀ ਕਿਉਂਕਿ ਮੈਨੂੰ ਵੀ ਉਹੀ ਜਾਣਕਾਰੀ ਸੀ। ਮੇਰੇ ਕੋਲ ਵੀ ਤਕਰੀਬਨ ਉਹੋ ਜਿਹੀਆਂ ਇਨਪੁਟ ਸੀ। ਮੇਰੇ ਕੋਲ ਵੀ ਟੌਪ ਲੈਵਲ ਦੇ ਜਿਹੜੇ ਅਧਿਕਾਰੀਆਂ ਦੀ ਤਕਰੀਬਨ ਉਹੋ ਜਿਹੀ ਤਸਦੀਕਸ਼ੁਦਾ ਜਾਣਕਾਰੀ ਸੀ ਜੋ ਕਿ ਬਾਅਦ ਦੇ ਵਿੱਚ ਇੱਕ ਮਿਸਕਮਿਊਨੀਕੇਸ਼ਨ ਜਾਂ ਇਹ ਕਹਿ ਲਈਏ ਵੀ ਸਮਝਣ ਦੇ ਵਿੱਚ ਫਰਕ ਰਿਹਾ ਵੀ ਕੀ ਡਿਟੈਂਸ਼ਨ ਹੈ ਕੀ ਅਰੈਸਟ ਹੈ ਤੇ ਕੀ ਉਸ ਨੂੰ ਵਾਚ ਲਿਸਟ ਦੇ ਉੱਤੇ ਰੱਖਣਾ ਹੈ ਸੀ। ਤੇ ਇਸ ਲਈ ਮੈਂ ਮੁੱਖ ਮੰਤਰੀ ਨੂੰ ਐਡਾ ਵੱਡਾ ਦੋਸ਼ੀ ਕਿਉਂ ਮੰਨਾਂ ਐਜ਼ ਆਫ ਨਾਓ। ਇੱਕ ਠੀਕ ਹੈ ਸਿਆਸੀ ਪਾਰਟੀਆਂ ਦੇ ਮਕਸਦ ਹੋ ਸਕਦੇ ਨੇ ਕਿ ਉਹ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਜਾਂ ਸਰਕਾਰ ਨੂੰ ਨੁੱਕਰ ਦੇ ਉੱਤੇ ਕਾਰਨਰ ਕਰਨ ਲਈ ਕੁਝ ਵੀ ਕਰ ਸਕਦੇ ਨੇ। ਲੇਕਿਨ ਆਪਾਂ ਤਾਂ ਫੈਕਟਸ ਦੇ ਨਾਲ ਡੀਲ ਕਰਨਾ। ਆਪਾਂ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇੰਟਰਸਟਿਡ ਆ। ਆਪਾਂ ਇਸ ਦੀ ਪੋਲਿਟਿਕਸ ਦੇ ਵਿੱਚ ਇੰਟਰਸਟਿਡ ਨਹੀਂ ਆ। ਸੋ ਇਹ ਗੱਲਾਂ ਬਾਤਾਂ ਨੇ ਜੋ ਕਿ ਵਿਚਾਰ ਮੰਗਦੀਆਂ ਨੇ। ਤੇ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਕਿ ਤੁਸੀਂ ਆਪਣਾ ਧਿਆਨ ਨਾਲ ਚੰਗੀ ਇਨਵੈਸਟੀਗੇਸ਼ਨ ਵਾਲੇ ਪਾਸੇ ਲਾਓ। ਮੈਂ ਤਾਂ ਜੋ ਚੀਜ਼ਾਂ ਮੇਰੇ ਕੋਲ ਆਉਂਦੀਆਂ ਨੇ ਜਿਸ ਤਰੀਕੇ ਦੇ ਨਾਲ ਜਿਸ ਸੰਜੀਦਗੀ ਦੇ ਨਾਲ ਉਹਨਾਂ ਦੀ ਵੈਰੀਫਿਕੇਸ਼ਨ ਜਾਂ ਕੋਖ ਕਰਨ ਤੋਂ ਬਾਅਦ ਗਲਤੀਆਂ ਹੋ ਸਕਦੀਆਂ ਨੇ ਐਰਰ ਹੋ ਸਕਦੇ ਨੇ। ਐਜ਼ ਆਫ ਨਾਓ ਤਾਂ ਹਜੇ ਮੈਂ ਰੁਕਿਆ ਹੋਇਆ ਹਾਂ। ਮੈਂ ਉਸ ਬਾਰੇ ਕੋਈ ਕਨਕਲੂਸਿਵ ਗੱਲ ਨਹੀਂ ਕਰਾਂਗਾ। ਮੇਰੀਆਂ 2 ਤੇ 3 ਦਸੰਬਰ ਦੀਆਂ ਜਿਹੜੀਆਂ ਰਿਪੋਰਟਸ ਬਣੀਆਂ ਉਹਨਾਂ ਨੂੰ ਮੈਂ ਹਜੇ ਵੀ ਆਮ ਵੈਰੀਫਾਈਂਗ ਤੇ ਆਉਣ ਵਾਲੇ ਹਫਤੇ ਦੇ ਵਿੱਚ ਆਪਾਂ ਉਸ ਬਾਰੇ ਕੁਛ ਨਾ ਕੁਛ ਨਿਸ਼ਕਸ਼ ਕੱਢਾਂਗੇ। ਆਪਾਂ ਕੀ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਖੁਦ ਹੀ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵੇ ਤਾਂ ਜ਼ਿਆਦਾ ਬੈਟਰ ਹੈ। ਨਹੀਂ ਤਾਂ ਚਲੋ ਆਪਾਂ ਵੀ ਕੋਸ਼ਿਸ਼ ਕਰਾਂਗੇ। ਲੇਕਿਨ ਸਭ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਆਪਣੇ ਕੰਮ ਵੱਲ ਧਿਆਨ ਲਓ। ਪੱਤਰਕਾਰਾਂ ਦਾ ਕੰਮ ਰਿਐਲਿਟੀ ਤੱਕ ਪਹੁੰਚਣਾ ਹੁੰਦਾ। ਇੱਕ ਦੂਸਰੇ ਨੂੰ ਗੱਲਾਂ ਬਾਤਾਂ ਕਰਕੇ ਕੁਛ ਨਹੀਂ ਮਿਲਣਾ। ਮੈਂ ਤਾਂ ਹੋਰ ਵੱਡੀਆਂ ਫੈਕਟਸ ਹੋਰ ਵੱਡੀਆਂ ਜਾਣਕਾਰੀਆਂ ਜਿਨ੍ਹਾਂ ਤੱਕ ਹੁਣ ਮੈਨੂੰ ਤਾਂ ਯਕੀਨ ਹੁੰਦਾ ਜਾ ਰਿਹਾ ਵੀ ਸਾਡੇ ਲੈਵਲ ਕੁਝ ਬਚੇ ਨਹੀਂ ਸਾਡੇ ਮਿਆਰ ਨਹੀਂ ਕੁਝ ਬਚੇ। ਆਪਾਂ ਆਪਣਾ ਮਿਆਰ ਉੱਚਾ ਰੱਖਣਾ ਹੈ। ਬਾਹਰ ਹਮੇਸ਼ਾ ਉੱਤੇ ਜਾਂਦੀ ਜਾਣੀ ਹੈ ਤੇ ਜਾਣਕਾਰੀਆਂ ਹਰ ਪਾਸਿਓਂ ਆ ਰਹੀਆਂ ਨੇ। ਇਹ ਭੁੱਲ ਜਾਓ ਕਿ ਇਕੱਲੇ ਗੋਲਡੀ ਬਰਾੜ ਦੇ ਹੀ ਫੋਨ ਸਾਨੂੰ ਆ ਰਹੇ ਨੇ। ਸਾਡੇ ਕੋਲ ਹੋਰ ਵੀ ਬਹੁਤ ਮਾਧਿਅਮਾਂ ਤੋਂ ਬਹੁਤ ਅਜਿਹੀਆਂ ਇਨਪੁਟਸ ਆ ਰਹੀਆਂ ਨੇ ਜੋ ਕਿ ਬਹੁਤ ਦਿਲਚਸਪ ਇਨਫੋਰਮੇਸ਼ਨ ਭਰੀਆਂ ਨੇ। ਤੇ ਮੈਨੂੰ ਖੁਸ਼ੀ ਹੈ ਕਿ ਲੋਕ ਇਸ ਤਰੀਕੇ ਦੀ ਜਾਣਕਾਰੀ ਮੇਰੇ ਨਾਲ ਸਾਂਝੀ ਕਰਦੇ ਨੇ। ਵਿਸ਼ਵਾਸ ਹੈ ਭਰੋਸਾ ਹੈ ਇਸੇ ਕਰਕੇ ਲੋਕ ਤੁਰ ਰਹੇ ਨੇ। ਠੀਕ ਹੈ ਕਈ ਜਦੋਂ ਆਪਾਂ ਤੁਰਦੇ ਹਾਂ ਨਾ ਕਹਿੰਦੇ ਗਿਰਤੇ ਹੈ ਮੈਦਾਨ में वो शह सवार ही वो क्या खाक गिरे जो घुटनों के बल चलें। ਸੋ ਉਹੀ ਸਥਿਤੀ ਹੁੰਦੀ ਹੈ। ਕਦੇ ਥੋੜ੍ਹੇ ਬਹੁਤ ਐਰਰ ਰਹਿ ਜਾਂਦੇ ਨੇ ਜਜਮੈਂਟ ਦੇ ਐਰਰ ਵੀ ਰਹਿ ਜਾਂਦੇ ਨੇ। ਸੋ ਆਪਾਂ ਉਸ ਨੂੰ ਮੰਨਾਂਗੇ ਲੇਕਿਨ ਇਟਸ ਟੂ ਅਰਲੀ ਟੂ ਸੇ। ਅਜੇ ਵੀ ਆਪਾਂ ਵਿਲ ਵੇਟ ਐਂਡ ਵਾਚ। ਹਾਂ ਹੁਣ ਜਿਹੜਾ ਦੂਸਰਾ ਐਸਪੈਕਟ ਹੈ ਛੋਟੀ ਜਿਹੀ ਗੱਲ ਉਸ ਦੀ ਜ਼ਰੂਰ ਕਰ ਲਈ ਜਿਹੜੇ ਸਿੰਗਰਸ ਦਾ ਹਾਲਾਂਕਿ ਇਸ ਉੱਤੇ ਮੈਂ ਇੱਕ ਹੋਰ ਰਿਪੋਰਟ ਵੀ ਡਿਟੇਲ ਦੇ ਵਿੱਚ ਬਣਾਵਾਂਗਾ। ਲੇਕਿਨ ਇਹ ਗੋਲਡੀ ਬਰਾੜ ਦੇ ਰੌਲੇ ਰੱਪੇ ਦੇ ਚੱਲਦੇ ਹੋਏ ਸਰਕਾਰ ਨੇ ਜਿਹੜਾ ਦੂਸਰੇ ਪਾਸੇ ਜਿਹੜਾ ਟੌਪ ਗੇਅਰ ਲਾਤਾ ਹੈ ਇਨਵੈਸਟੀਗੇਸ਼ਨ ਦਾ ਜੋ ਕਿ ਪਿਛਲੇ 6-7 ਮਹੀਨਿਆਂ ਵਿੱਚ ਵੇਖਣ ਨੂੰ ਨਹੀਂ ਮਿਲਿਆ। ਬੱਬੂ ਮਾਨ ਮਨਕੀ ਦੇ ਤੌਲਕ ਤੇ ਦਿਲਪ੍ਰੀਤ ਢਿੱਲੋਂ ਦੀ ਪੁੱਛਗਿੱਛ। ਦਿਲਪ੍ਰੀਤ ਢਿੱਲੋਂ ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਹਾਂ ਕਿ ਜਿਹੜਾ ਗਾਣਾ ਬਣਿਆ ਸੀ ਪੈਂਦੀ ਹੈ ਜੋਧਪੁਰ ਪੇਸ਼ੀ ਉਹ ਦਿਲਪ੍ਰੀਤ ਢਿੱਲੋਂ ਦਾ ਗਾਇਆ ਹੋਇਆ ਸੀ ਤੇ ਬੰਬੀਹਾ ਬੋਲੇ ਗਾਣੇ ਤੋਂ ਤਕਰੀਬਨ 1-1.5 ਮਹੀਨੇ ਬਾਅਦ ਹੀ ਇਹ ਗਾਣਾ ਰਿਲੀਜ਼ ਕੀਤਾ ਜਾਂਦਾ ਹੈ। ਬੰਬੀਹਾ ਬੋਲੇ ਗਾਣਾ ਅੰਮ੍ਰਿਤ ਮਾਨ ਦਾ ਲਿਖਿਆ ਗਾਇਆ ਤੇ ਸਿੱਧੂ ਮੂਸੇਵਾਲਾ ਉਹਨਾਂ ਨੇ ਉਸ ਵਿੱਚ ਫੀਚਰ ਕੀਤਾ ਤੇ ਆਖਿਰ ਉਸ ਦਾ ਸ਼ਾਇਦ ਜਿਹੜਾ ਪੈਰਾ ਸੀਗਾ ਜਾਂ ਸਟੈਂਜ਼ਾ ਸੀਗਾ ਉਹ ਵੀ ਸਿੱਧੂ ਮੂਸੇਵਾਲਾ ਹੋਣਾ ਵੱਲੋਂ ਗਾਇਆ ਗਿਆ। ਲੇਕਿਨ ਇਹ ਸਮਝਿਆ ਗਿਆ ਕਿ ਇਹ ਗੈਂਗਸਟਰ ਬੰਬੀਹਾ ਦੀ ਤਾਰੀਫ ਕਰਨ ਜਾਂ ਉਸ ਨੂੰ ਯਾਦ ਕਰਨ ਦੇ ਪੱਖੋਂ ਇੱਕ ਗੀਤ ਨੂੰ ਇਸੇ ਤਰੀਕੇ ਦੇ ਨਾਲ ਪਲਾਨ ਕੀਤਾ ਗਿਆ ਹੈ ਜੋ ਕਿ ਇੱਕ ਡਿਬੇਟੇਬਲ ਪੁਆਇੰਟ ਹੈ। ਲੇਕਿਨ ਉਸ ਤੋਂ 1-1.5 ਮਹੀਨੇ ਬਾਅਦ ਜਿਹੜੀ ਪੈਂਦੀ ਹੈ ਜੋਧਪੁਰ ਪੇਸ਼ੀ ਇਹ ਜਿਹੜਾ ਗਾਣਾ ਸੀ ਦਿਲਪ੍ਰੀਤ ਢਿੱਲੋਂ ਨੇ ਗਾਇਆ ਤੇ ਹਾਲਾਂਕਿ ਇਹ ਗਾਣਾ ਇੱਕ ਹੋਰ ਵੀ ਸਿੰਗਰ ਨੇ ਸ਼ਾਇਦ ਗਾਇਆ ਸੀ ਲੇਕਿਨ ਇਹ ਵਾਲਾ ਗਾਣਾ ਜ਼ਿਆਦਾ ਚੱਲਿਆ ਦਿਲਪ੍ਰੀਤ ਢਿੱਲੋਂ ਵਾਲਾ।
ਤੇ ਇਹ ਗਾਣਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਉੱਤੇ ਆਧਾਰਿਤ ਦੱਸਿਆ ਜਾਂਦਾ ਹੈ, ਮੰਨਿਆ ਜਾਂਦਾ। ਇਹੀ ਕਾਰਨ ਹੈ ਕਿ ਦਿਲਪ੍ਰੀਤ ਢਿੱਲੋਂ ਦਿੱਕਤਾਂ ਦੇ ਵਿੱਚ ਵੀ ਨੇ। ਤੇ ਦਿਲਪ੍ਰੀਤ ਢਿੱਲੋਂ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਬਹੁਤ ਵੱਡਾ ਤੇ ਇੰਟਰਸਟਿੰਗ ਐਪੀਸੋਡ ਹੈ ਜੋ ਕਿ ਅੱਜ, ਕਿਉਂਕਿ ਵੀਡੀਓ ਦਾ ਆਪਣਾ ਕੰਟੈਕਸਟ ਥੋੜਾ ਲੰਬਾ ਚਲਾ ਗਿਆ, ਅੱਜ ਮੈਂ ਉਹ ਸ਼ੇਅਰ ਨਹੀਂ ਕਰਾਂਗਾ। ਲੇਕਿਨ ਮਨਕੀਰਤ ਔਲਖ ਦੀ ਜਿਹੜੀ ਨੇੜਤਾ ਐਸੋਸੀਏਸ਼ਨ ਵਿੱਕੀ ਮਿੱਡੂ ਖੇੜਾ, ਅਜੇ ਮਿੱਡੂ ਖੇੜਾ ਉਹਨਾਂ ਦੇ ਨਾਲ ਰਹੀ। ਅਜੇ ਮਿੱਡੂ ਖੇੜਾ, ਵਿੱਕੀ ਮਿੱਡੂ ਖੇੜਾ ਦੇ ਭਰਾ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਪੁੱਛਗਿੱਛ ਪਹਿਲਾਂ ਹੀ ਹੋ ਚੁੱਕੀ ਹੈ ਇਸ ਕੇਸ ਦੇ ਵਿੱਚ, ਉਹ ਜੱਗ ਜ਼ਾਹਿਰ ਹੈ। ਇੱਕ ਪੁਰਾਣੀ ਤਸਵੀਰ ਜਿਸ ਵਿੱਚ ਕਿ ਰੋਪੜ ਜੇਲ੍ਹ ਦੇ ਵਿੱਚ ਇੱਕ ਅਖਾੜਾ ਲੱਗਿਆ ਸੀ ਇੱਕ ਫੰਕਸ਼ਨ ਦੇ ਦੌਰਾਨ, ਜਦੋਂ ਉੱਥੇ ਲਾਰੈਂਸ ਬਿਸ਼ਨੋਈ ਤੇ ਉਸਦੇ ਕੁਝ ਹੋਰ ਗੈਂਗਸਟਰ ਸੀ, ਤੇ ਕਿਵੇਂ ਜਾ ਕੇ ਮਨਕੀਰਤ ਔਲਖ ਨੇ ਪਰਫਾਰਮ ਕੀਤਾ। ਤੇ ਹਾਲਾਂਕਿ ਜੇਲ੍ਹਾਂ ਦੇ ਵਿੱਚ ਇਹ ਆਮ ਗੱਲਾਂ ਹੁੰਦੀਆਂ ਨੇ, ਇਸ ਤਰੀਕੇ ਦੇ ਅਖਾੜੇ ਲੱਗਦੇ ਨੇ, ਲੇਕਿਨ ਕਿਉਂਕਿ ਮਨਕੀਰਤ ਔਲਖ ਕੈਡਾ ਸਿਤਾਰਾ ਉਸ ਵਕਤ ਵੀ ਸੀ ਤੇ ਉਹ ਗਿਆ ਤੇ ਉਹਨੇ ਉੱਥੇ ਪਰਫਾਰਮ ਕੀਤਾ। ਇਹ ਚੀਜ਼ ਬਾਅਦ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਨਕੀਰਤ ਔਲਖ ਨੂੰ ਜਦੋਂ ਇਸ ਪੂਰੀ ਘਟਨਾ ਦੇ ਨਾਲ ਜੋੜ ਕੇ ਵੇਖਣ ਦੀ ਗੱਲਬਾਤ ਆਈ ਤਾਂ ਇਸ ਚੀਜ਼ ਨੂੰ ਕਾਫੀ ਉਭਾਰਿਆ ਗਿਆ ਤੇ ਉਭਰੀ ਵੀ ਨੈਚੁਰਲ ਵੀ ਸੀ। ਲੇਕਿਨ ਪਿਛਲੇ 6 ਮਹੀਨਿਆਂ ਤੋਂ ਇਸ ਉੱਤੇ ਕੋਈ ਚਰਚਾ ਜਾਂ ਕੋਈ ਵੀ ਐਕਸ਼ਨ ਪੰਜਾਬ ਪੁਲਿਸ ਕਰਨ ਦੇ ਮੋਡ ਜਾਂ ਮੂਡ ਦੇ ਵਿੱਚ ਨਜ਼ਰ ਨਹੀਂ ਆ ਰਹੀ ਸੀ। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਉਹਨਾਂ ਦੇ ਜਿਹੜੇ ਪਿਤਾ ਹੈਗੇ ਨੇ, ਉਹ ਇਸ ਚੀਜ਼ ਤੋਂ ਬਹੁਤ ਦੁਖੀ ਸਨ, ਕਿਉਂਕਿ ਹਾਲਾਂਕਿ ਉਹਨਾਂ ਦੀ ਸ਼ਿਕਾਇਤ ਉੱਤੇ ਕੁਝ ਹੋਰ ਲੋਕਾਂ ਨੂੰ ਵੀ ਇਸ ਕੇਸ ਦੇ ਵਿੱਚ ਜੋਤੀ ਪੰਡੇਰ ਜਾਂ ਕਨਵਰ ਗਰੇਵਾਲ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ। ਲੇਕਿਨ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਹੈਗੇ ਨੇ ਉਹ ਧਰਨਾ ਦੇਣਾ ਚਾਹੁੰਦੇ ਸੀ। ਉਹਨਾਂ ਦੇ ਮਨ ਦੇ ਵਿੱਚ ਸੀ ਕਿ ਮੈਂ ਐਜੀਟੇਸ਼ਨ ਕਰਾਂ ਕਿ ਤੁਸੀਂ ਇਹ ਲੋਕਾਂ ਦੀ ਤਫਤੀਸ਼ ਨਹੀਂ ਕਰ ਰਹੇ ਹੋ। ਉਹ ਇਸ ਮੂਡ ਦੇ ਵਿੱਚ ਹੀ ਸਨ ਤੇ ਸ਼ਾਇਦ ਉਹਨਾਂ ਦਾ ਦਬਾਅ ਵੀ ਰਿਹਾ ਹੋਵੇਗਾ, ਜਿਸ ਕਰਕੇ ਪੰਜਾਬ ਪੁਲਿਸ ਨੂੰ ਹਰਕਤ ਵਿੱਚ ਆਉਣਾ ਪਿਆ ਹੈ। ਲੇਕਿਨ ਕਿਉਂਕਿ ਹੁਣ ਇੱਧਰ ਗੋਲਡੀ ਬਰਾੜ ਵਾਲਾ ਐਡਾ ਰੌਲਾ ਰੱਪਾ ਸ਼ੁਰੂ ਹੋ ਗਿਆ, ਖਲੇਰਾ ਜ਼ਿਆਦਾ ਪੈ ਗਿਆ ਤੇ ਉਹਨੂੰ ਸਾਹਮਣਾ ਹੁਣ ਸਰਕਾਰ ਲਈ ਥੋੜਾ ਮੁਸ਼ਕਿਲ ਹੈ। ਇਸ ਵਾਸਤੇ ਜ਼ਰੂਰੀ ਵੀ ਹੋ ਜਾਂਦਾ ਸਰਕਾਰਾਂ ਲਈ ਕਿ ਦੂਸਰੇ ਪਾਸੇ ਤੁਸੀਂ ਗੇਅਰ ਟੌਪ ਲਾ ਦਿਓ ਤਾਂ ਕਿ ਕੁਛ ਹੱਦ ਤੱਕ ਮੀਡੀਆ ਦਾ ਧਿਆਨ ਵੀ ਹਟੇ, ਕਿਉਂਕਿ ਉਹ ਸਾਰੇ ਸਿਤਾਰੇ ਨੇ, ਬੱਬੂ ਮਾਨ, ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ, ਤੇ ਇਹਨਾਂ ਦੀ ਜਦੋਂ ਪੁੱਛਗਿੱਛ ਹੋਏਗੀ, ਖਬਰਾਂ ਸੁਰਖੀਆਂ ਬਣਨਗੀਆਂ ਤਾਂ ਕੁਝ ਦੇਰ ਲਈ ਗੋਲਡੀ ਬਰਾੜ ਵਾਲਾ ਮਾਮਲਾ ਜਿਹੜਾ ਹੈ ਦਬੇਗਾ। ਹਾਲਾਂਕਿ ਉਸਨੇ ਰੁਕਣਾ ਨਹੀਂ ਹੈ, ਉਹਦੀ ਇਨਵੈਸਟੀਗੇਸ਼ਨ ਜਾਰੀ ਰਹੇਗੀ। ਲੇਕਿਨ ਇਹ ਜ਼ਰੂਰੀ ਹੈ ਕਿ ਇਹ ਸਾਰੇ ਦੇ ਸਾਰੇ ਲੋਕਾਂ ਤੋਂ ਪੁੱਛਗਿੱਛ ਹੋਵੇ। ਮਨਕੀਰਤ ਔਲਖ ਦੀ ਜਿਹੜੀ ਅੰਡਰਸਟੈਂਡਿੰਗ ਜਾਂ ਉਸਦੇ ਜਿਸ ਤਰੀਕੇ ਦੀ ਬਿਆਨ ਉਸਦੇ ਆਏ, ਹਾਲਾਂਕਿ ਉਸਨੇ ਕੁਝ ਵੈਬ ਚੈਨਲਸ ਦੇ ਉੱਤੇ ਇੰਟਰਵਿਊ ਦੇ ਵਿੱਚ ਆਪਣੀ ਸਫਾਈ ਦਿੱਤੀ, ਕਲੈਰੀਫਿਕੇਸ਼ਨ ਦਿੱਤੀ। ਬੱਬੂ ਮਾਨ ਨੂੰ ਇਸ ਦੇ ਨਾਲ ਕਿਵੇਂ ਜੋੜ ਕੇ ਵੇਖਿਆ ਜਾ ਰਿਹਾ ਹੈ, ਜਾਂ ਉਸ ਦੀ ਜਿਹੜੀ ਇੱਕ ਮੁਕਾਬਲੇਬਾਜ਼ੀ ਸੀ ਮਿਊਜ਼ਿਕ ਜਗਤ ਦੇ ਵਿੱਚ ਸਿੱਧੂ ਮੂਸੇਵਾਲਾ ਉਹਨਾਂ ਦੇ ਨਾਲ, ਜਾਂ ਇੱਕ ਦੂਸਰੇ ਦੇ ਗੀਤਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਤਰੀਕੇ ਦੀ ਜਿਹੜੀ ਤਲਖੀ ਹੈ ਵੇਖਣ ਨੂੰ ਮਿਲਦੀ ਸੀ, ਉਹ ਆਧਾਰ ਬਣਿਆ ਹੈ। ਦਿਲਪ੍ਰੀਤ ਢਿੱਲੋਂ ਦਾ ਬਹੁਤ ਇੱਕ ਸੋਲਿਡ ਰੀਜ਼ਨਸ ਹੈ, ਕਿਉਂਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਗੈਂਗਸਟਰ ਨੇ ਉਹ ਮਿਊਜ਼ਿਕ ਕੰਪਨੀਆਂ ਦੇ ਵਿੱਚ ਵੜ ਗਏ, ਜਾਂ ਉਹਨਾਂ ਦੇ ਮਿਊਜ਼ਿਕ ਕੰਪਨੀਆਂ ਖਰੀਦ ਹੀ ਲਈਆਂ, ਆਪਣੀਆਂ ਚਲਾ ਲਈਆਂ। ਠੱਗ ਲਾਈਫ ਲੱਕੀ ਪਟਿਆਲ ਮੈਨੇਜ ਕਰਦਾ ਸੀ ਉਹ ਕੰਪਨੀ, YouTube ਚੈਨਲ ਉਸ ਵੱਲੋਂ ਖੋਲ੍ਹਿਆ ਜਾਂਦਾ ਤੇ ਉਸ ਦੇ ਵਿੱਚ ਕਈ ਵੱਡੇ ਵੱਡੇ ਜਿਹੜੇ ਸੰਗੀਤ ਜਿਹੜੇ ਗਾਇਕ ਸੀ ਉਹਨਾਂ ਦੇ ਗਾਣੇ ਹੋਏ ਫੀਚਰ। ਇਨਫੈਕਟ ਸਿੱਧੂ ਮੂਸੇਵਾਲਾ ਤੋਂ ਵੀ ਇੱਕ ਗਾਣਾ ਦੱਸਿਆ ਜਾਂਦਾ ਕਿ ਉਸ ਵਕਤ ਲਿਆ ਗਿਆ ਸੀ ਪਾਈਬੰਦੀ 'ਚ, ਕਿਵੇਂ ਹੋਇਆ ਇਹ ਪੋਸੀਬਲ ਨਹੀਂ ਹੈ, ਲੇਕਿਨ ਉਹ ਗਾਣਾ ਸਿੱਧੂ ਮੂਸੇਵਾਲਾ ਨੇ ਠੱਗ ਲਾਈਫ ਦੇ ਪਲੇਟਫਾਰਮ ਤੋਂ ਜਿਹੜਾ ਇੱਕ ਸਿੰਗਰ ਸੀ ਉਸ ਦਾ ਲਾਂਚ ਕੀਤਾ। ਸੋ ਉਹ ਸਾਰੀਆਂ ਗੱਲਾਂ ਬਾਤਾਂ ਹੈਗੀਆਂ ਨੇ। ਪੁਲਿਸ ਸ਼ਾਇਦ ਇਸੇ ਚੀਜ਼ ਨੂੰ ਜਾਣਕਾਰੀ ਇਸ ਚੀਜ਼ ਬਾਰੇ ਹਾਸਲ ਕਰਨਾ ਜ਼ਰੂਰ ਚਾਹੁੰਦੀ ਹੋਏਗੀ ਕਿ ਇਹ ਜਿਹੜੇ ਸਿੰਗਰ ਨੇ ਇਹਨਾਂ ਨੇ ਇਹ ਗਾਣੇ ਕਿਉਂ ਗਾਏ। ਦਿਲਪ੍ਰੀਤ ਢਿੱਲੋਂ ਨੇ ਅਜਿਹਾ ਗਾਣਾ ਕਿਉਂ ਗਾਇਆ ਵੀ ਕਿ ਜੋਧਪੁਰ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਕੱਟੇ ਨੇ ਤੇ ਜ਼ਿਆਦਾਤਰ ਸਮਾਂ, ਇਨਫੈਕਟ ਉਹਦਾ ਜਿਹੜਾ ਪੂਰਾ ਉਭਾਰ ਹੈ ਅੰਡਰਵਰਲਡ ਦੇ ਵਿੱਚ, ਉਹ ਰਾਜਸਥਾਨ ਦੀਆਂ ਜੇਲ੍ਹਾਂ ਤੋਂ ਤੁਰਿਆ ਹੈ। ਸੀਕਰ, ਜੋਧਪੁਰ, ਹੋਰ ਬਹੁਤ ਸੀਆਂ ਜੇਲ੍ਹਾਂ ਨੇ ਜਿਸ ਵਿੱਚ ਲਾਰੈਂਸ ਬਿਸ਼ਨੋਈ ਰਿਹਾ। ਸੋ ਜੋਧਪੁਰ ਪੇਸ਼ੀ ਤੇ ਚਰਚਾ ਪੰਜਾਬ ਛਿੜਦੀ, ਇਹਦਾ ਜਿਹੜਾ ਕੋਰਿਲੇਸ਼ਨ ਸੀ, ਇਹ ਗਾਣਾ ਕਿਸਨੇ ਉਲੀਕਿਆ, ਕਿਉਂ ਗਾਇਆ ਗਿਆ। ਜਿਵੇਂ ਬੰਬੀਹਾ ਬੋਲੇ ਗਾਣੇ ਦੇ ਉੱਤੇ ਸਵਾਲ ਉੱਠੇ ਤੇ ਉਸ ਨੂੰ ਇੱਕ ਕਾਰਨ ਵੀ ਦੱਸਿਆ। ਜਦੋਂ ਗੋਲਡੀ ਬਰਾੜ ਨੇ ਮੇਰੇ ਨਾਲ ਗੱਲ ਕੀਤੀ 29 ਮਈ ਨੂੰ ਵੀ ਕੀਤੀ ਹੈ, 20 ਜੂਨ ਨੂੰ ਵੀ ਕੀਤੀ ਹੈ, ਉਸ ਵਕਤ ਉਸਨੇ ਗੱਲਾਂ ਕੀਤੀਆਂ ਕਿ ਬੰਬੀਹਾ ਬੋਲੇ ਗਾਣਾ ਜਿਹੜਾ ਸੀ, ਬੰਬੀਹੇ ਜਿਹੜਾ ਗੈਂਗਸਟਰ ਸੀ ਦਵਿੰਦਰ ਬੰਬੀਹਾ ਮੋਗੇ ਦਾ, ਉਹਦੀ ਸਤੁਤੀ ਦੇ ਵਿੱਚ ਗਾਇਆ ਗਿਆ ਸੀ। ਸੋ ਇਸ ਵਾਸਤੇ ਉਹਨਾਂ ਨੂੰ ਇਸ ਚੀਜ਼ ਦੀ ਖੁੰਦਕ ਸੀ, ਕਿਉਂਕਿ ਉਹਨਾਂ ਦਾ ਵਿਰੋਧੀ ਗੈਂਗ ਸੀ। ਇਹ ਗੱਲ ਕਰਦੇ ਨੇ, ਉਹਨਾਂ ਦੀ ਇੱਕ ਪਲੀ ਹੈਗੀ ਹੈ। ਸੋ ਉਸੇ ਤਰੀਕੇ ਨਾਲ ਦਿਲਪ੍ਰੀਤ ਢਿੱਲੋਂ ਖੁਦ ਵੀ ਥ੍ਰੈਟ ਪਰਸੈਪਸ਼ਨ ਦੇ ਵਿੱਚ ਹੈ। ਦਿਲਪ੍ਰੀਤ ਢਿੱਲੋਂ ਨੂੰ ਕਾਫੀ ਸਿਕਿਉਰਿਟੀ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਉਹਨਾਂ ਦੇ ਕਤਲ ਤੋਂ ਬਾਅਦ ਦਿਲਪ੍ਰੀਤ ਢਿੱਲੋਂ ਦੀ ਸਿਕਿਉਰਿਟੀ ਅਪ ਕਰਤੀ ਗਈ ਸੀ, ਕਿਉਂਕਿ ਇਸ ਚੀਜ਼ ਦਾ ਅੰਦਰ ਖਾਤੇ ਜੋ ਵੀ ਜਿਹੜੇ ਗਾਇਕ ਹੈਗੇ ਨੇ ਸੰਗੀਤ ਜਗਤ ਦੇ ਵਿੱਚ ਤੇ ਗੈਂਗਸਟਰਾਂ ਦਾ ਜਿਹੜਾ ਇੱਕ ਆਪਸ ਦੇ ਵਿੱਚ ਅਲਾਈਨਮੈਂਟ ਜਿਹੜਾ ਚੱਲਦਾ ਪਿਆ ਸੀ। ਹੁਣ ਮੈਂ ਤਾਂ ਨਹੀਂ ਕਹਾਂਗਾ ਕਿ ਆਪਸ ਦੇ ਵਿੱਚ ਤਾਰ ਸੀ, ਇੱਕ ਪਾਸੇ ਬੰਬੀਹਾ ਬੋਲੇ ਗਾਣਾ ਆਉਂਦਾ ਤੇ ਦੂਸਰੇ ਪਾਸੇ ਜੋਧਪੁਰ ਪੇਸ਼ੀ ਗਾਣਾ ਆਉਂਦਾ ਹੈ। ਸੋ ਇੰਝ ਲੱਗ ਰਿਹਾ ਸੀ ਵੀ ਜੇ ਇੱਕ ਸਿੰਗਰ ਇੱਕ ਗੈਂਗਸਟਰ ਦੇ ਉੱਤੇ ਆਧਾਰਿਤ ਗੀਤ ਗਾ ਰਹੇ ਨੇ ਤਾਂ ਦੂਸਰੇ ਜਿਹੜੇ ਸਿੰਗਰ ਨੇ ਉਹ ਕਿਸੇ ਹੋਰ ਗੈਂਗਸਟਰ ਦਾ ਗੁਣਗਾਨ ਕਰਦੇ ਹੋਏ ਆਪਣੇ ਗਾਣੇ ਵਿੱਚ ਨਜ਼ਰ ਆ ਰਹੇ ਨੇ। ਸੋ ਹੁਣ ਸਾਰੀ ਚੀਜ਼ਾਂ ਤੇ ਚੰਗੀ ਗੱਲ ਇਹ ਹੈਗੀ ਕਿ ਇਸ ਪ੍ਰੈਸ਼ਰ ਦੇ ਕਾਰਨ ਸਰਦਾਰ ਬਲਕੌਰ ਸਿੰਘ ਵੱਲੋਂ ਜੋ ਵੀ ਉਹਨਾਂ ਦੀ ਮੰਗ ਹੈਗੀ ਹੈ, ਉਸ ਤੋਂ ਬਾਅਦ ਸਿਰਫ ਸਿੱਧੂ ਮੂਸੇਵਾਲਾ ਕਤਲ ਕੇਸ ਤੱਕ ਹੀ ਪੜਤਾਲ ਨਾ ਰਹਿ ਜਾਏ। ਇਹ ਗੱਲਬਾਤ ਤੇ ਪੜਤਾਲ ਦਾ ਜਿਹੜਾ ਪੂਰਾ ਦਾ ਪੂਰਾ ਦਾਇਰਾ ਹੈ ਵਧਣਾ ਚਾਹੀਦਾ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਜੇ ਭਗਵੰਤ ਮਾਨ ਨੇ ਉਹ ਹਾਈ ਕੋਰਟ ਦੇ ਜਿਹੜੀ ਕਮਿਸ਼ਨ ਦੀ ਗੱਲ ਕੀਤੀ ਸੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ, ਉਹ ਜੇ ਬਣ ਜਾਂਦਾ ਜਾਂ ਇਸ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ CBI ਨੂੰ ਦਿੱਤੀ ਜਾਂਦੀ,
ਤਾਂ ਇੱਕ ਵਿਆਪਕ ਜਾਂਚ ਹੋਣੀ ਚਾਹੀਦੀ ਸੀ, ਇਕੱਲਾ ਇੱਕ ਕਤਲ ਕੇਸ ਦੀ ਨਹੀਂ, ਬਲਕਿ ਉਸ ਦੇ ਨਾਲ ਜਿਹੜਾ ਦਾ ਅੰਡਰਵਰਲਡ ਦਾ ਜਿਹੜਾ ਪਸਾਰ ਹੋਇਆ ਹੈ ਮਿਊਜ਼ਿਕ ਜਗਤ ਦੇ ਵਿੱਚ ਕਾਲਾ ਪੈਸਾ ਉਹਨਾਂ ਨੇ ਲਾਇਆ ਘੱਟ ਹੈ, ਅਤੇ ਇੱਥੋਂ ਕੱਢਣ ਦੀ ਕੋਸ਼ਿਸ਼ ਜ਼ਿਆਦਾ ਕੀਤੀ ਹੈ, ਅਤੇ ਧਮਕੀਆਂ ਕਿਵੇਂ ਦਿੱਤੀਆਂ, ਗਾਇਕਾਂ ਨੂੰ ਕਿਵੇਂ ਡਰਾਇਆ ਧਮਕਾਇਆ, ਇਹ ਸਾਰੀ ਗੱਲਾਂ ਬਾਤਾਂ ਦੀ ਪੜਤਾਲ ਹੋਣੀ ਚਾਹੀਦੀ ਸੀ। ਲੇਕਿਨ ਭਗਵੰਤ ਮਾਨ, ਇਹ ਇੱਥੇ ਮੈਨੂੰ ਸਰਕਾਰ ਨੂੰ ਇੱਥੇ ਥੋੜ੍ਹਾ ਜਿਹਾ ਕ੍ਰਿਟੀਸਾਈਜ਼ ਕਰਨਾ ਪਏਗਾ। ਭਗਵੰਤ ਮਾਨ ਸਰਕਾਰ ਇੱਕ ਬਹੁਤ ਹੀ ਗੈਰ ਜ਼ਿੰਮੇਦਾਰ ਸਰਕਾਰ ਸਾਬਤ ਹੋਈ ਹੈ। ਮੈਂ ਖੁਦ ਵਿਅਕਤੀਗਤ ਤੌਰ 'ਤੇ ਭਗਵੰਤ ਮਾਨ ਐਜ਼ ਚੀਫ ਮਿਨਿਸਟਰ ਉਹਨਾਂ ਨੂੰ ਫਲੈਗ ਕਰਨਾ ਚਾਹਾਂਗਾ, ਪੁਆਇੰਟ ਕਰਨਾ ਚਾਹਾਂਗਾ ਕਿ ਤੁਸੀਂ ਖੁਦ ਕਲਾਕਾਰ ਰਹੇ ਹੋ। ਕਲਾਕਾਰ ਅੱਜ ਗੈਂਗਸਟਰਾਂ ਤੋਂ ਕਿਸ ਹੱਦ ਤੱਕ ਭੈਭੀਤ ਹੈ, ਉਹਨਾਂ ਤੋਂ ਦਹਿਸ਼ਤ ਦੇ ਵਿੱਚ ਹੈ। ਇਸ ਚੀਜ਼ ਦਾ ਅੰਦਾਜ਼ਾ ਇੱਕ ਕਲਾਕਾਰ ਹੋਣ ਦੇ ਨਾਤੇ ਤੁਹਾਨੂੰ ਹੋਣਾ ਚਾਹੀਦਾ ਸੀ। ਅਤੇ ਜੇ ਥੋੜ੍ਹੀ ਜਿਹੀ ਵੀ ਸੰਜੀਦਗੀ ਸੀ, ਸਿਰਫ ਭਾਈਚਾਰਾ ਜਾਂ ਆਪਣੇ ਸਾਥੀਆਂ ਦੇ ਨਾਲ, ਬਿੰਨੂ ਢਿੱਲੋਂ ਹੋਣਾ ਦੇ ਨਾਲ ਜਾਂ ਹੋਰ ਸਾਥੀਆਂ ਦੇ ਨਾਲ ਤਸਵੀਰਾਂ ਪਾ ਕੇ ਆਪਣੇ ਮੀਡੀਆ ਉਸ ਦੇ ਉੱਤੇ ਪੋਸਟ ਕਰ ਦੇਣਾ, ਇਹਦੇ ਨਾਲ ਤੁਸੀਂ ਕਲਾਕਾਰਾਂ ਦੇ ਪੈਰੋਕਾਰ ਜਾਂ ਕਹਿ ਦਈਏ ਵੀ ਕਲਾਕਾਰਾਂ ਦੇ ਹਮਾਇਤੀ ਨਹੀਂ ਹੋ ਜਾਂਦੇ। ਅਤੇ ਤੁਹਾਡੇ ਤੋਂ ਆਸਾਂ ਜ਼ਿਆਦਾ ਹੈਗੀਆਂ ਨੇ ਕਲਾਕਾਰਾਂ ਦੀਆਂ, ਕਿਉਂਕਿ ਤੁਸੀਂ ਖੁਦ ਇੱਕ ਕਲਾਕਾਰ ਰਹੇ ਹੋ, ਤੁਸੀਂ ਜਾਣਦੇ ਹੋ ਕਲਾ ਦੀ ਸੰਭਾਵਨਾਵਾਂ ਕੀ ਨੇ, ਕਲਾਕਾਰਾਂ ਦੀਆਂ ਲਿਮਿਟੇਸ਼ਨਸ ਕੀ ਨੇ, ਅਤੇ ਦਬਾਅ ਉਹਨਾਂ ਦੇ ਉੱਤੇ ਹੋ ਸਕਦਾ। ਤੁਸੀਂ ਵੀ ਕਰਦੇ ਰਹੇ ਹੋ, ਕਟਾਕਸ਼ ਕਰਦੇ ਰਹੇ ਹੋ ਆਪਣੀ ਕਲਾ ਦੇ ਜ਼ਰੀਏ। ਸੋ ਜੇ ਤੁਸੀਂ ਕਲਾਕਾਰਾਂ ਦੇ ਦਰਦ ਨੂੰ ਨਹੀਂ ਸਮਝ ਪਾਏ, ਅਤੇ ਉਹਨਾਂ ਦੇ ਨਾਲ ਜੋ ਕੁਝ ਹੁੰਦਾ ਪਿਆ ਹੈ, ਜਿਸ ਪ੍ਰੈਸ਼ਰ ਦੇ ਵਿੱਚ ਉਹ ਹੈਗੇ ਨੇ, ਮਜਬੂਰੀ ਹੈਗੀ ਹੈ ਉਹਨਾਂ ਦੀ, ਜੇ ਇਸ ਤਰੀਕੇ ਦਾ ਐਕਸਟੋਰਸ਼ਨ ਮਨੀ ਜਾਂ ਰੰਗਦਾਰੀ ਉਹਨਾਂ ਨੂੰ ਦੇਣੀ ਪੈ ਰਹੀ ਹੈ, ਜਿਹੜਾ ਨਹੀਂ ਦਿੰਦਾ ਪਰਮੇਸ਼ ਵਰਮੇ ਵਰਗੇ ਨੂੰ ਗੋਲੀਆਂ ਮਾਰੀਆਂ ਗਈਆਂ, ਅਤੇ ਜਿਹੜੇ ਅੜ ਗਏ ਗਿੱਪੀ ਗਰੇਵਾਲ ਵਰਗੇ, ਉਹਨਾਂ ਨੂੰ ਅੱਜ ਸੁਰੱਖਿਆ ਦੇ ਸਾਏ ਹੇਠ ਘੁੰਮਣਾ ਪੈਂਦਾ ਹੈ। ਉਹਨਾਂ ਦੀ ਖੁਦ ਸਿਕਿਉਰ ਨਹੀਂ, ਪਰਿਵਾਰ ਉਹਨਾਂ ਦੇ ਸਿਕਿਉਰ ਨਹੀਂ, ਪਰਿਵਾਰ ਬੱਚੇ ਉਹਨਾਂ ਨੇ ਵਿਚਾਰਿਆਂ ਨੇ ਬਾਹਰ ਭੇਜਣੇ ਪਏ ਨੇ। ਦਿਲਪ੍ਰੀਤ ਢਿੱਲੋਂ ਅੱਜ ਠੀਕ ਹੈ, ਸਕੈਨਰ ਦੇ ਹੇਠ ਜ਼ਰੂਰ ਹੈਗੇ ਨੇ, ਲੇਕਿਨ ਦਿਲਪ੍ਰੀਤ ਢਿੱਲੋਂ ਨੂੰ ਦੇਸ਼ ਕਿਉਂ ਛੱਡਣਾ ਪਿਆ ਸੀਗਾ, ਉਹ ਮੈਂ ਕਹਾਣੀ ਫਿਰ ਦੁਬਾਰਾ ਤੁਹਾਨੂੰ ਦੱਸਾਂਗਾ ਨਾ ਵੀ ਉੱਥੇ ਅਸਲ ਦੇ ਵਿੱਚ ਗੇਮ ਹੋਈ ਕੀ ਸੀ। ਸੋ ਅੱਜ ਸਾਡੀ ਬੇਨਤੀ ਤਾਂ ਇਹੀ ਹੈ ਵੀ ਸਰਕਾਰਾਂ ਨੂੰ ਵੀ ਤੁਸੀਂ ਜੇ ਖੁਦ ਆਪਣੇ ਕਹੇ ਦੇ, ਆਪਣੇ ਸ਼ਬਦਾਂ ਦੇ ਉੱਤੇ, ਆਪਣੇ ਵਚਨਾਂ ਦੇ ਉੱਤੇ ਪੂਰੇ ਉਤਰੇ ਹੁੰਦੇ ਸਰਦਾਰ ਭਗਵੰਤ ਮਾਨ, ਤਾਂ ਇੱਕ ਕਮਿਸ਼ਨ ਆਫ ਇਨਕੁਆਇਰੀਜ਼ ਦੀ ਪੜਤਾਲ ਕਰ ਰਿਹਾ ਹੁੰਦਾ। ਠੀਕ ਹੈ, ਹੁਣ ਮਾਨਸਾ ਪੁਲਿਸ ਨੇ, ਹੁਣ ਪੁਲਿਸ ਦਾ ਕਿੰਨਾ ਕੁ ਲੈਵਲ ਹੋਏਗਾ ਇਨਵੈਸਟੀਗੇਸ਼ਨ ਦਾ, ਸਿੱਧੂ ਮੂਸੇਵਾਲੇ ਦੇ ਕਤਲ ਦੇ ਦਾਇਰੇ ਦੇ ਵਿੱਚ ਤੁਸੀਂ ਕਰ ਲਓ ਪੜਤਾਲ, ਇਹਨਾਂ ਦੀ ਭੂਮਿਕਾ ਹੋਏਗੀ, ਸਾਹਮਣੇ ਆਉਣੀ ਚਾਹੀਦੀ ਹੈ। ਲੇਕਿਨ ਮੇਰਾ ਸਰੋਕਾਰ ਥੋੜ੍ਹਾ ਜਿਹਾ ਬਰੋਡਰ ਜਾਂਦਾ ਸੀ। ਮੈਂ ਚਾਹੁੰਦਾ ਸੀ ਕਿ ਇਹ ਚੀਜ਼, ਜਿਹੜੀ ਇਨਕੁਆਇਰੀ ਅੱਜ ਵੀ ਸਕੋਪ ਹੈ, ਅੱਜ ਵੀ ਗੁੰਜਾਇਸ਼ ਹੈ, ਜੇ ਭਗਵੰਤ ਮਾਨ ਦੀ ਥੋੜ੍ਹੀ ਜਿਹੀ ਵੀ ਜ਼ਿੰਮੇਵਾਰੀ ਹੈ ਆਪਣੇ ਭਾਈਚਾਰੇ ਦੇ ਪ੍ਰਤੀ, ਕਲਾਕਾਰਾਂ ਦੇ ਪ੍ਰਤੀ, ਤਾਂ ਉਹਨਾਂ ਨੂੰ ਇੱਕ ਬਰੋਡਰ ਕਮਿਸ਼ਨ ਆਫ ਇਨਕੁਆਇਰੀ ਬਣਾ ਕੇ ਇਸ ਚੀਜ਼ ਦੀ ਪੜਤਾਲ ਕਰਨ ਦੀ ਜ਼ਿਆਦਾ ਲੋੜ ਮਹਿਸੂਸ ਹੋਣੀ ਚਾਹੀਦੀ ਹੈ ਕਿ ਅੱਜ ਕਲਾਕਾਰ ਅੰਡਰਵਰਲਡ ਤੋਂ ਕਿਸ ਕਿਸਮ ਦੇ ਰੀਅਲਿਸਟਿਕ ਥ੍ਰੈਟ ਦੇ ਵਿੱਚ ਨੇ, ਅੰਦਰ ਖਾਤੇ ਚੱਲਦਾ ਕੀ ਪਿਆ ਹੈ। ਕਲਾਕਾਰ ਆਪਣੀ ਮਰਜ਼ੀ ਦੇ ਨਾਲ ਇਹਨਾਂ ਗੈਂਗਸਟਰਾਂ ਦੇ ਉੱਤੇ ਗਾਣੇ ਲਿਖ ਰਹੇ, ਗਾ ਰਹੇ ਨੇ, ਜਾਂ ਉਹਨਾਂ ਨੂੰ ਕਿਸੇ ਮਜਬੂਰੀ ਹੇਠ ਸਭ ਕਰਨਾ ਪੈ ਰਿਹਾ। ਜੇ ਅਜਿਹੀ ਜਾਂਚ ਹੁੰਦੀ ਹੈ ਫਿਰ ਤਾਂ ਗੱਲਬਾਤ ਠੀਕ ਹੈ, ਅਦਰਵਾਈਜ਼ ਆਪਾਂ ਐਵੇਂ ਖੁਸ਼ ਹੋਈ ਜਾਈਏ ਕਿ ਜੀ 3 ਸਿੰਗਰਾਂ ਨੂੰ ਬੁਲਾ ਲਿਆ, ਪਤਾ ਲੱਗੇ ਵੀ ਕੁਝ ਹਫ਼ਤੇ ਦੀ ਖਬਰਾਂ ਤੋਂ ਬਾਅਦ ਫਿਰ ਮਾਮਲਾ ਠੰਡਾ ਪੈ ਗਿਆ, ਉਹਦਾ ਤਾਂ ਕੋਈ ਫਾਇਦਾ ਨਹੀਂ। ਸੋ ਅੱਜ ਦੀ ਗੱਲਬਾਤ ਇੱਥੋਂ ਤੱਕ ਸੀ। ਥੈਂਕ ਯੂ ਸੋ ਮੱਚ, ਬਹੁਤ ਬਹੁਤ ਧੰਨਵਾਦ ਇਸ ਗੱਲਬਾਤ ਨੂੰ ਸੁਣਨ ਲਈ, ਚੱਲਣ ਲਈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬੜੀਆਂ ਵੱਡੀਆਂ ਜਾਣਕਾਰੀਆਂ ਨੇ ਜੋ ਕਿ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਥੈਂਕ ਯੂ ਸੋ ਮੱਚ।